ਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇੱਕ ਤੀਰਥ ਅਰ ਮੂਲਾ ਬੇਰੀ, ਸਿੱਖ ਮੁਕੰਦਾ ਮਿਲ ਤਿਸ ਬੇਰੀ। ਇੱਕ ਤੀਰਥ ਅਰ ਮੂਲਾ ਬੇਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ। ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋਏ ਹੋ। ਗੁਰਬਾਣੀ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਆਓ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਦੀ ਸਿੱਖ ਸੰਗਤਾਂ ਹਰ ਰੋਜ਼ ਸਰਵਣ ਕਰਦੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀਨ ਦੁਨੀਆ ਨੂੰ ਉਤਾਰ ਰਹੇ ਹਨ। ਅੰਮ੍ਰਿਤਸਰ ਜੀ ਦੀ ਧਰਤੀ 'ਤੇ ਵਿਚਰ ਕੇ, ਲਾਗੇ ਲਾਗੇ ਨਗਰਾਂ ਦੇ ਵਿੱਚ ਵਿਚਰ ਕੇ ਬਹੁਤ ਸਾਰੀਆਂ ਸੰਗਤਾਂ ਦਾ ਭਲਾ ਕਰ ਰਹੇ ਹਨ। ਭਾਈ ਕਲਿਆਣਾ ਜੀ ਮਹਾਰਾਜ ਜੀ ਦੇ ਕੋਲ ਆਏ ਹਨ। ਬੜੇ ਵੱਡੇ ਯੋਧੇ ਹਨ, ਸੂਰਮੇ ਹਨ। ਉਹਨਾਂ ਨੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਮੈਂ ਆਪ ਜੀ ਦੀ ਕਿਰਪਾ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਜੰਗ ਕਰਕੇ ਵੈਰੀ ਨੂੰ ਮਾਰ ਦਿੰਦਾ ਹਾਂ। ਸੱਚੇ ਪਾਤਸ਼ਾਹ ਜੀ ਨੇ ਭਾਈ ਕਲਿਆਣਾ ਜੀ ਨੂੰ ਉਪਦੇਸ਼ ਦਿੱਤਾ, ਭਾਈ ਕਲਿਆਣਾ ਜਿਸ ਕੰਮ ਵਿੱਚ ਰੱਬ ਨੇ ਲਾਇਆ ਬੜੀ ਚੰਗੀ ਗੱਲ ਹੈ, ਪਰ ਜਿੱਥੇ ਤੁਸੀਂ ਬਾਹਰ ਦੇ ਸੂਰਮੇ ਹੋ ਉੱਥੇ ਅੰਦਰ ਦੇ ਵੀ ਸੂਰਮੇ ਬਣਨਾ ਹੈ। ਮਹਾਰਾਜ ਜੀ ਮੈਂ ਸਮਝਿਆ ਨਹੀਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕਲਿਆਣਾ ਅੰਦਰ ਵੀ ਕਾਮ ਕ੍ਰੋਧ ਲੋਭ ਮੋਹ ਵੈਰੀ ਬੈਠੇ ਨੇ, ਇਹਨਾਂ ਨੂੰ ਵੀ ਮਾਰਨਾ ਹੈ। ਕਿਵੇਂ ਮਾਰਿਆ ਜਾਏਗਾ? ਜਿਵੇਂ ਬਾਹਰ ਦੇ ਵੈਰੀਆਂ ਨੂੰ ਬੰਦੂਕ ਨਾਲ, ਗੋਲੀ ਨਾਲ, ਤਲਵਾਰ ਨਾਲ, ਸੋਟੇ ਨਾਲ ਮਾਰੀਦਾ, ਇਹਨਾਂ ਦੇ ਮਰਨ ਦਾ ਇੱਕੋ ਹੀ ਇਲਾਜ ਹੈ ਅੰਦਰ ਦੇ ਵੈਰੀਆਂ ਦਾ। ਉਹ ਹੈ ਗੁਰੂ ਜੀ ਦਾ ਬਖਸ਼ਿਆ ਹੋਇਆ ਸ਼ਬਦ, ਗੁਰੂ ਜੀ ਦਾ ਬਖਸ਼ਿਆ ਹੋਇਆ ਮੰਤਰ। ਜਿਹੜਾ ਕਮਾਈ ਕਰੇਗਾ ਮਨ ਰੂਪੀ ਵੈਰੀ ਜਿਹੜਾ ਉਹਦੇ ਵੱਸ ਵਿੱਚ ਆ ਜਾਏਗਾ। ਸੰਗਤ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੈ ਵਿਅਕਤੀ ਦੇ ਕੋਲ, ਕੋਈ ਨਹੀਂ ਪਤਾ ਕਦੋਂ ਕਿਹਦੇ ਸਵਾਸ ਜਿਹੜੇ ਉਹ ਪੂਰੇ ਹੋ ਜਾਣੇ ਹਨ। ਬੜੇ ਬੜੇ ਚੰਗੇ ਪ੍ਰੇਮੀ ਜਿਨ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਉਹਨਾਂ ਦੇ ਵੀ ਸਵਾਸ ਪੂਰੇ ਹੋ ਗਏ ਅਤੇ ਉਹ ਵੀ ਸਰੀਰ ਤਿਆਗ ਗਏ ਜੀ। ਜਿੰਨਾ ਕੁ ਸਮਾਂ ਸਰੀਰ ਦਾ, ਸਵਾਸਾਂ ਦਾ ਸਾਡੇ ਕੋਲ ਹੈ, ਯਤਨ ਕਰੀਏ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਰਾਹੀਂ ਅਸੀਂ ਆਪਣੇ ਮਨ ਨੂੰ ਆਪਣੇ ਵੱਸ ਵਿੱਚ ਕਰਕੇ ਸਹੀ ਪਾਸੇ ਤੁਰ ਸਕੀਏ ਜੀ। ਪਿਆਰ ਨਾਲ ਗੱਜ ਕੇ ਕਹੋ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਸੋ ਸੰਗਤ ਜੀ ਹੁਣ ਆਪਾਂ ਲੜੀਵਾਰ ਕਥਾ ਦੇ ਨਾਲ ਚਿੱਤ ਜੋੜਨਾ ਹੈ। ਮਹਾਰਾਜ ਜੀ ਦੇ ਕੋਲ ਸਿੱਖ ਆਉਂਦੇ ਆ, ਮੁੱਖ ਉਪਦੇਸ਼ ਮਹਾਰਾਜ ਭਜਨ ਦਾ ਹੀ ਦਿੰਦੇ ਆ।
ਨਾਮ ਦਾ ਉਪਦੇਸ਼ ਸੱਚੇ ਪਾਤਸ਼ਾਹ ਦਿੰਦੇ ਆ। ਕਿਉਂ? ਦੁਨੀਆ ਨਾਮ ਨਾਲ ਤਰਨੀ ਹੈ। ਬਾਕੀ ਸਾਰੇ ਕਰਮ ਜਿਹੜੇ ਹਨ ਉਹ ਠੀਕ ਹਨ, ਪਰ ਨਾਮ ਹੀ ਉੱਤਮ ਹੈ। ਸਭ ਤੇ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ। ਇੱਕ ਤੀਰਥ ਅਰ ਮੂਲਾ ਬੇਰੀ। ਸਾਧ ਸੰਗਤ ਜੀ, ਇੱਕ ਨੇ ਭਾਈ ਤੀਰਥਾ ਜੀ, ਇੱਕ ਨੇ ਭਾਈ ਮੂਲਾ ਬੇਰੀ ਜੀ। ਹਾਂਜੀ। ਸਿੱਖ ਮੁਕੰਦਾ ਮਿਲ ਤਿਸ ਬੇਰੀ। ਤੇ ਇੱਕ ਸਿੱਖ ਦਾ ਨਾਮ ਹੈ ਭਾਈ ਮੁਕੰਦਾ ਜੀ। ਹਾਂਜੀ। ਚੌਥ ਨਿਹਾਲੂ ਜੋ ਸੁਨਿਆਰਾ। ਚੌਥੇ ਨੇ ਭਾਈ ਨਿਹਾਲੂ ਜੀ, ਜੋ ਕਿ ਸੁਨਿਆਰੇ ਹਨ। ਫਿਰ ਸੁਣਿਓ, ਭਾਈ ਤੀਰਥ ਜੀ, ਭਾਈ ਮੂਲਾ ਬੇਰੀ ਜੀ, ਭਾਈ ਮੁਕੰਦਾ ਜੀ, ਭਾਈ ਨਿਹਾਲੂ ਜੀ। ਹਾਂਜੀ। ਮਿਲ ਆਏ ਗੁਰ ਕੇ ਦਰਬਾਰਾ। ਚਾਰੇ ਹੀ ਇਹ ਸਿੱਖ ਇਕੱਠੇ ਹੋ ਕੇ ਮਿਲ ਕੇ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆਏ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ। ਕਰ ਬੰਧਨ ਕੋ ਬੈਠੇ ਪਾਸ। ਨਮਸਕਾਰ ਕੀਤੀ ਇਹਨਾਂ ਨੇ। ਆਪਾਂ ਵੀ ਕਰੀਏ, ਆਖੋ ਵਾਹਿਗੁਰੂ ਵਾਹਿਗੁਰੂ। ਨਮਸਕਾਰ ਕਰਕੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ ਜੀ। ਹਾਂਜੀ। ਹਾਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਨੂੰ ਕਰਨ ਲੱਗੇ ਜੀ। ਹਾਂਜੀ। ਸਿੱਖ ਆਪ ਕੇ ਅਨੇਕ ਪ੍ਰਕਾਰੇ। ਮਹਾਰਾਜ ਤੁਹਾਡੇ ਬੜੇ ਤਰ੍ਹਾਂ ਦੇ ਸਿੱਖ ਨੇ। ਅਸੀਂ ਵੀ ਇੱਥੇ ਵੇਖ ਲਈਏ, ਹਰ ਇੱਕ ਦਾ ਸੁਭਾਅ ਵੱਖੋ ਵੱਖਰਾ ਹੈ। ਮਹਾਰਾਜ ਤੁਹਾਡੇ ਬੜੇ ਤਰ੍ਹਾਂ ਦੇ ਸਿੱਖ ਨੇ ਸੱਚੇ ਪਾਤਸ਼ਾਹ। ਹਾਂਜੀ। ਸ਼ਬਦ ਕੀਰਤਨ ਕਥਾ ਉਚਾਰੇ। ਫਿਰ ਸ਼ਬਦ ਕੀਰਤਨ ਕਰਨ ਵਾਲੇ ਵੀ ਬੜੇ ਸਿੱਖ ਨੇ ਜੀ। ਇਸ ਸਮੇਂ ਦਰਬਾਰ ਸਾਹਿਬ ਦੇ ਵਿੱਚ 150 ਰਾਗੀ ਜੱਥਾ ਜੀ। ਹਾਂਜੀ। ਕਿੰਨੇ ਗੁਰੂ ਘਰ ਨੇ ਜੀ, ਕਿੰਨੇ ਰਾਗੀ ਜੱਥੇ ਨੇ। ਮੰਜੀ ਸਾਹਿਬ ਨਿਤ ਨਵਾਂ ਗਿਆਨੀ ਬਦਲਦਾ ਜੀ। ਹਾਂਜੀ। ਕਿੰਨੇ ਗਿਆਨੀ ਨੇ ਜੀ, ਕਿੰਨੇ ਕਥਾ ਕਰਨ ਵਾਲੇ ਆ। ਹਾਂਜੀ। ਬਹੁਤ ਸਾਰੇ ਲੋਕ ਨੇ। ਉਸ ਸਮੇਂ ਵੀ ਬੜੇ ਲੋਕ ਕਥਾ ਕੀਰਤਨ ਕਰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸਾਰੇ ਲੋਕ ਨੇ ਜਿਹੜੇ ਕਥਾ ਕਰਦੇ ਆ, ਕੀਰਤਨ ਕਰਦੇ ਆ, ਬੜੇ ਤਰ੍ਹਾਂ ਦੇ ਨੇ। ਹਾਂਜੀ। ਇੱਕ ਤੇ ਸੁਨਤ ਸੋ ਮਨ ਦਰਵ ਜਾਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਈ ਐਸੇ ਨੇ ਜਿਨ੍ਹਾਂ ਦੇ ਕੋਲੋਂ ਸੁਣ ਕੇ ਮਨ ਦਰਵ ਜਾਂਦਾ ਹੈ, ਮਨ ਪਿਘਲ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਅੰਦਰ ਟਿਕਾਓ ਆਉਂਦਾ ਹੈ। ਹਾਂਜੀ। ਇੱਕ ਕੋ ਕਹਿਓ ਸਮੀਪ ਨਾ ਜਾਵੇ। ਇੱਕ ਮਹਾਰਾਜ ਬੜਾ ਰੌਲਾ ਪਾਵੇ, ਕਥਾ ਕਰੀ ਜਾਵੇ, ਉਹਦੀ ਗੱਲ ਅੰਦਰ ਜਾਂਦੀ ਨਹੀਂ। ਮਹਾਰਾਜ ਬੜਾ ਕੀਰਤਨ ਕਰਦਾ, ਉਹਦਾ ਕੀਰਤਨ ਅੰਦਰ ਜਾਂਦਾ ਹੀ ਨਹੀਂ ਸੱਚੇ ਪਾਤਸ਼ਾਹ। ਹਾਂਜੀ। ਸ਼੍ਰੀ ਮੁਖ ਤੇ ਸ਼ੁਭ ਜੁਗਤ ਬਖਾਨੀ। ਮਹਾਰਾਜ ਇਹਦਾ ਕੀ ਕਾਰਨ ਹੈ? ਤੁਸੀਂ ਵੀ ਸੋਚਦੇ ਹੋਵੋਗੇ। ਕਈ ਵਾਰੀ ਕਈ ਕੀਰਤਨੀਏ ਲੱਗੇ ਹੁੰਦੇ ਆ, ਬੰਦਾ ਕੰਮ ਕਰਦਾ, ਕੰਮ ਕਾਰ ਛੱਡ ਕੇ ਬਹਿ ਕੇ ਕਥਾ ਕੀਰਤਨ ਸੁਣਨ ਲੱਗ ਪੈਂਦਾ ਜੀ। ਕਈ ਵਾਰੀ ਕਈ ਕੀਰਤਨੀਏ ਐਸੇ ਲੱਗੇ ਹੁੰਦੇ ਆ, ਬੈਠਾ ਹੋਇਆ ਬੰਦਾ ਉੱਠ ਕੇ ਹੀ ਚਲੇ ਜਾਂਦਾ ਹੈ ਜੀ। ਤੁਸੀਂ ਵੇਖਿਓ, ਕਈ ਗਿਆਨੀ ਸਿੰਘ ਐਸੇ ਲੱਗੇ ਹੁੰਦੇ ਆ, ਉਹ ਬੈਠੇ ਹੋਏ ਲੋਕ ਵੀ ਉੱਠ ਕੇ ਚਲੇ ਜਾਂਦੇ ਆ ਜੀ। ਕੀ ਕਾਰਨ ਹੈ? ਸੰਗਤ ਜੀ, ਰਸ ਦੀ ਗੱਲ ਹੈ। ਕਈਆਂ ਦੀ ਰਸਨਾ 'ਚ ਕੋਈ ਰਸ ਨਹੀਂ ਹੈਗਾ, ਤੇ ਤੁਸੀਂ ਵੇਖਿਓ ਗਿਆਨ ਧਿਆਨ ਤੇ ਬੜਾ, ਪਰ ਸੁਣਦਾ ਕੋਈ ਨਹੀਂ ਜੀ। ਤੇ ਰਸ ਗੁਰੂ ਜੀ ਦੀ ਮਿਹਰ ਹੈ, ਤਰਸ ਦੇ ਨਾਲ ਆਉਂਦਾ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਵੀ ਇੱਕ ਤਰ੍ਹਾਂ ਦਾ ਭੋਜਨ ਹੀ ਹੈ ਸੰਗਤ ਜੀ। ਜਿਵੇਂ ਰਸੋਈਆ ਵਧੀਆ ਭੋਜਨ ਤਿਆਰ ਕਰੇ, ਉਸ ਰਸੋਈਏ ਦੀ ਸਾਰੇ ਸਿਫਤ ਕਰਦੇ ਆ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਦਾ ਕਾਰਨ ਕੀ ਹੈ? ਕਈਆਂ ਦਾ ਬੜਾ ਰਸ ਹੈਗਾ,
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿਣ ਲੱਗੇ ਜੀ। ਹਾਂਜੀ, ਹੀਰਾ ਫਟਕ ਦੋ ਏਕ ਸਮਾਨੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਫਟਕਰੀ ਤੁਸੀਂ ਵੇਖੀ, ਕਹਿਣ ਲੱਗੇ ਚਿੱਟੀ ਹੁੰਦੀ ਹੈ ਫਟਕਰੀ, ਤੇ ਹੀਰਾ ਵੀ ਚਿੱਟਾ ਹੁੰਦਾ ਜੀ। ਮਹਾਰਾਜ ਕਹਿੰਦੇ ਹੁੰਦੇ ਤੇ ਦੋਵੇਂ ਹੀ ਚਿੱਟੇ ਨੇ ਜੀ। ਹਾਂਜੀ, ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਪਰ ਫਟਕਰੀ ਦਾ ਕੋਈ ਮੁੱਲ ਨਹੀਂ ਹੈਗਾ ਜੀ, ਬਹੁਤ ਥੋੜਾ ਮੁੱਲ ਹੋਏਗਾ। ਹਾਂਜੀ, 100 ਰੁਪਏ ਦੀ ਕਿੰਨੀ ਫਟਕਰੀ ਆ ਜਾਂਦੀ, ਪਰ 100 ਰੁਪਏ ਦਾ ਹੀਰਾ ਲੈ ਕੇ ਵਿਖਾਓ ਕਿਤੇ, ਹੀਰੇ ਦਾ ਝੂਰ ਭੂਰ ਵੀ ਨਹੀਂ ਆਉਂਦਾ ਜੀ 100 ਰੁਪਏ ਦਾ ਜੀ। ਹੀਰੇ ਵਿੱਚ ਮਹਾਰਾਜ ਕਹਿੰਦੇ ਆਪਣਾ ਚਾਨਣ ਹੈਗਾ, ਕਹਿਣ ਲੱਗੇ ਹੀਰੇ ਦੇ ਵਿੱਚ ਕੀ ਹੈ, ਚਾਨਣ ਹੈਗਾ, ਕਹਿਣ ਲੱਗੇ ਹੀਰਾ ਉੱਤੋਂ ਵੀ ਜਗਦਾ ਥੱਲੋਂ ਵੀ ਜਗਦਾ, ਆਸੇ ਪਾਸਿਓਂ ਵੀ ਜਗਦਾ। ਜਿਸ ਪਾਸਿਓਂ ਹੀਰੇ ਨੂੰ ਫੜ ਲਓ, ਹੀਰੇ ਦੇ ਉਸੇ ਪਾਸਿਓਂ ਚਾਨਣ ਹੁੰਦਾ ਜੀ। ਹੀਰਾ ਹੋਵੇ, ਆ ਬੱਤੀਆਂ ਬੰਦ ਕਰ ਦਿਓ, ਦੂਰੋਂ ਪਿਆ ਵਿਖੇਗਾ ਉਹ ਹੀਰਾ ਪਿਆ ਜੀ, ਤੇ ਫਟਕੜੀ ਦਾ ਥੋੜੀ ਪਤਾ ਲੱਗਣਾ ਹੈ ਜੀ। ਹਾਂਜੀ, ਸਰਬ ਰੰਗ ਕੇ ਉਪਰ ਛਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਹੀਰਾ ਆਪਣਾ ਚਾਨਣ ਵਿਖਾਉਂਦਾ ਹੈ, ਹੀਰੇ ਦਾ ਅਸਰ ਪੈਂਦਾ ਸਾਰਿਆਂ ਉੱਤੇ, ਕਹਿਣ ਲੱਗੇ। ਹਾਂਜੀ, ਫਟਕ ਪ੍ਰਕਾਸ਼ ਪਰਹਿ ਨਹਿ ਕਾਹੂ। ਗੱਜ ਕੇ ਆਖੋ ਵਾਹਿਗੁਰੂ। ਫਟਕਰੀ ਦੇ ਵਿੱਚ ਚਾਨਣ ਹੀ ਨਹੀਂ ਹੈਗਾ ਤਾਂ ਉਹਦਾ ਚਾਨਣ ਪਏਗਾ ਕੀ ਕਿਸੇ ਉੱਤੇ ਜੀ, ਉਹਦੇ ਵਿੱਚ ਚਾਨਣ ਹੀ ਨਹੀਂ ਹੈਗਾ ਜੀ। ਹਾਂਜੀ, ਅੰਤਰ ਇਤੋ ਦੁਹਨ ਕੇ ਮਾਹੂ। ਮਹਾਰਾਜ ਕਹਿੰਦੇ ਵੇਖੋ ਕਿੰਨਾ ਅੰਤਰ ਹੈਗਾ ਦੋਵਾਂ ਵਿੱਚ, ਹੈ ਦੋਵੇਂ ਚਿੱਟੇ ਨੇ ਜੀ, ਪਰ ਹੀਰਾ ਜਗਦਾ, ਉਹਦੇ ਅੰਦਰ ਚਾਨਣ ਹੈ। ਫਟਕਰੀ ਮਹਾਰਾਜ ਕਹਿੰਦੇ ਜਗਦੀ ਨਹੀਂ, ਉਹਦੇ ਚ ਚਾਨਣ ਨਹੀਂ ਹੈ, ਰੰਗ ਇੱਕੋ ਜਿਹਾ ਹੀ ਹੈ ਜੀ। ਇਸੇ ਤਰ੍ਹਾਂ ਸੰਗਤ ਜੀ ਗੁਰਮੁਖਾਂ ਦੇ ਲੱਛਣ ਨੇ, ਨਾਮ ਜਪ ਕੇ ਉਹਨਾਂ ਰੱਬ ਦੇ ਪਿਆਰਿਆਂ ਦੇ ਅੰਦਰ ਚਾਨਣ ਹੋਇਆ ਹੁੰਦਾ ਜੀ। ਕਈ ਵਾਰੀ ਉਹ ਨਾਮ ਹੀ ਬੋਲਣ ਨਾ, ਉਹਨਾਂ ਦੇ ਬੈਠੇ ਦਾ ਹੀ ਬੜਾ ਪ੍ਰਭਾਵ ਹੈ। ਮੇਰੇ ਵਰਗਾ ਰੌਲਾ ਵੀ ਪਾਉਂਦਾ ਰਵੇ, ਉਹਦਾ ਕੋਈ ਪ੍ਰਭਾਵ ਨਹੀਂ ਹੈਗਾ ਜੀ। ਕਿਉਂ? ਅੰਦਰ ਚਾਨਣ ਨਹੀਂ ਹੈਗਾ ਜੀ। ਤੇ ਤੁਸੀਂ ਸੁਣਿਆ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਨਾਮ ਜਪੋ, ਨਾਲੇ ਮੌਤ ਨੂੰ ਯਾਦ ਰੱਖੋ। ਮੌਤ ਨੂੰ ਯਾਦ ਰੱਖ ਕੇ ਰੱਬ ਦਾ ਨਾਮ ਜਪੋ, ਸਹਿਜੇ ਸਹਿਜੇ ਤੁਹਾਡੇ ਅੰਦਰ ਚਾਨਣ ਹੋਣਾ ਸ਼ੁਰੂ ਹੋ ਜਾਏਗਾ ਜੀ, ਚਾਨਣ ਹੋਣਾ ਸ਼ੁਰੂ ਹੋ ਜਾਏਗਾ। ਨਾਮ ਦਾ ਚਾਨਣ ਕਈਆਂ ਵਿੱਚ ਵਿਖਦਾ, ਕਈਆਂ 'ਚ ਨਹੀਂ ਹੁੰਦਾ ਜੀ। ਜਿਵੇਂ ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਤੁਸੀਂ ਪਾਣੀ ਦੇ ਉੱਤੇ ਹੀ ਬੈਠੇ ਹੋ ਸਾਰੇ, ਮੈਟ ਹੈ, ਮੈਟ ਦੇ ਥੱਲੇ ਪੱਥਰ ਹੈ, ਹੇਠਾਂ ਮਿੱਟੀ ਹੈ, ਕੱਢੀ ਜਾਓ, ਖੋਦੀ ਜਾਓ, ਖੋਦੀ ਜਾਓ, ਖੋਦੀ ਜਾਓ, ਪਾਣੀ ਨਿਕਲ ਹੀ ਆਏਗਾ ਥੱਲੋਂ ਜੀ। ਪਰ ਜੇ ਪੀਣਾ ਹੋਵੇ ਤੇ ਟੂਟੀ ਦੇ ਕੋਲ ਜਾਂਦੇ ਅਸੀਂ ਜੀ। ਹਾਂਜੀ, ਕਿਉਂ? ਪਾਣੀ ਉੱਥੇ ਨਜ਼ਰ ਆ ਰਿਹਾ ਜੀ, ਹੈ ਤੇ ਸਭ ਥਾਵਾਂ ਤੇ ਰੱਬ ਹੀ ਹੈ। ਇਸ ਕਰਕੇ ਗੁਰਮੁਖਾਂ ਦੇ ਅੰਦਰ ਰੱਬ ਪ੍ਰਗਟ ਹੋਇਆ ਹੁੰਦਾ ਜੀ। ਮਹਾਰਾਜ ਕਹਿਣ ਲੱਗੇ ਹੀਰੇ ਅੰਦਰ ਚਾਨਣ ਹੈ, ਇਸੇ ਤਰ੍ਹਾਂ ਗੁਰਮੁਖਾਂ ਦੇ ਅੰਦਰ ਚਾਨਣ ਹੈਗਾ ਜੀ। ਹਾਂਜੀ, ਤਿਮ ਗੁਰਮੁਖ ਕੀ ਕਰੋ ਪਛਾਨ। ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਗੁਰਮੁਖ ਦੀ ਪਛਾਣ ਕਰ ਲਿਓ, ਉਹਦੇ ਬੋਲਾਂ ਦਾ ਅਸਰ ਪੈ ਰਿਹਾ। ਹਾਂਜੀ, ਜਿਸ ਸੰਗਤ ਮਹਿ ਕਰਹਿ ਬਖਾਨ। ਹਾਂਜੀ, ਤਿਨ ਕੋ ਤੇਜ ਸਬਨ ਪਰ ਛਾਵੈ। ਗੁਰਮੁਖ ਜਦੋਂ ਸੰਗਤ ਵਿੱਚ ਬੋਲ ਰਿਹਾ ਹੋਏਗਾ, ਉਹਦਾ ਅਸਰ ਸਾਰਿਆਂ ਦੇ ਉੱਤੇ ਪਏਗਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਰੀ ਸੰਗਤ ਦੇ ਉੱਤੇ ਉਹਦਾ ਅਸਰ ਪਏਗਾ। ਸੰਗਤ ਦੀ ਕਮਾਈ ਵਾਲੇ ਪੁਰਸ਼ ਜਦੋਂ ਬੈਠੇ ਹੋਣ, ਜਿੱਥੋਂ ਤੱਕ ਦੁਨੀਆ ਬੈਠੀ ਹੋਵੇ ਜੀ, ਮੰਨ ਲਓ ਕਈ ਹਜ਼ਾਰ ਬੰਦੇ ਬੈਠੇ ਆ, ਜਿੱਥੋਂ ਤੱਕ ਉਹਨਾਂ ਦੀ ਨਿਗਾਹ ਜਾਏਗੀ ਉੱਥੋਂ ਤੱਕ ਲੋਕ ਸ਼ਾਂਤ ਹੋ ਜਾਣਗੇ ਜੀ। ਲੋਕ ਆਪੇ ਹੀ ਚੁੱਪ ਹੋ ਜਾਣਗੇ, ਕਹਿਣ ਦੀ ਲੋੜ ਨਹੀਂ ਪਏਗੀ, ਉਹਨਾਂ ਦੇ ਜੀਵਨ ਦਾ ਅਸਰ ਪਏਗਾ ਜੀ। ਹਾਂਜੀ, ਕਿਉਂਕਿ ਸਦਾ ਸੋ ਸੱਚ ਸਮਾਵੈ। ਮਹਾਰਾਜ ਕਹਿਣ ਲੱਗੇ ਕਿਉਂਕਿ ਸਦਾ ਸੋ ਸੱਚ ਸਮਾਵੈ, ਉਹਨਾਂ ਦਾ ਅਸਰ ਪਏਗਾ। ਕਿਉਂ ਅਸਰ ਪਏਗਾ? ਕਿਉਂਕਿ ਉਹਨਾਂ ਅੰਦਰ ਸੱਚ ਸਮਾਇਆ ਹੋਇਆ ਜੀ। ਹੁਣ ਸੰਗਤ ਜੀ ਇਹ ਨਾ ਸੋਚਿਓ ਕਿਉਂਕਿ ਬੜੀ ਦੂਰ ਤੱਕ ਗੱਲ ਜਾਣੀ ਹੈ,
ਕਿਸੇ ਨਾ ਕਿਸੇ ਇੱਕ ਸਿੱਖ ਦਾ ਇੱਥੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਬੋਲਾਂ ਦਾ ਅਸਰ ਪੈਂਦਾ ਸੀਗਾ ਜੀ। ਸਤਿਗੁਰੂ ਜੀ ਗੱਲ ਕਰ ਰਹੇ ਆ, ਤੇ ਹੁਣ ਇਹ ਨਾ ਸੋਚ ਲਿਓ ਕਿ ਮੈਂ ਕਿਸੇ ਸੰਪਰਦਾ ਨਾਲ ਜਾਂ ਕਿਸੇ ਹੋਰ ਡੇਰੇ ਨੂੰ ਵਧਾਵਾ ਦੇ ਰਿਹਾ, ਨਹੀਂ, ਪਰ ਗੁਰਮੁਖਤਾਈ ਦੀ ਗੱਲ ਕਰ ਰਿਹਾ। ਇਹਨੂੰ ਬੜੇ ਧਿਆਨ ਨਾਲ ਸੁਣਿਓ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਬੜਾ ਨਾਮ ਜਪਿਆ ਜੀ, ਬਹੁਤ ਨਾਮ ਜਪਿਆ। 10-10 ਦਿਨ ਇੱਕ ਨਗਰ ਵਿੱਚ ਰਹਿ ਕੇ ਵੀ ਕਥਾ ਕੀਰਤਨ ਕਰਦੇ ਹੁੰਦੇ ਸਨ ਜੀ। ਤੇ ਜਦੋਂ 10-10 ਦਿਨ ਇੱਕ ਨਗਰ 'ਚ ਰਹਿ ਕੇ ਕਥਾ ਕੀਰਤਨ ਕਰਨਾ ਨਾ, ਤੇ ਸਾਰਿਆਂ ਨੂੰ ਗੁਰੂ ਵਾਲੇ ਬਣਾ ਦੇਣਾ ਜੀ ਉਹਨਾਂ ਨੇ ਜੀ। ਪਤਾ ਕੀ ਕਰਦੇ ਸਨ? ਇੱਕ ਪਿੰਡ ਦੇ ਲੋਕ ਆਏ ਉਹਨਾਂ ਦੇ ਕੋਲ, ਕਹਿੰਦੇ ਮਹਾਂਪੁਰਖੋ, ਸਾਡੇ ਪਿੰਡ ਵਿੱਚ ਸ਼ਰਾਬ ਬੜੀ ਵਿਕਦੀ ਹੈ, ਸਾਨੂੰ ਭਰੋਸਾ ਹੈ ਜੇ ਤੁਸੀਂ ਕਥਾ ਕੀਰਤਨ ਕੀਤਾ ਤੇ ਸਾਡੇ ਪਿੰਡ 'ਚੋਂ ਸ਼ਰਾਬ ਵਿਕਣੀ ਬੰਦ ਹੋ ਜਾਏਗੀ। ਮਹਾਂਪੁਰਖਾਂ ਨੇ ਤਰੀਕ ਦੇ ਦਿੱਤੀ ਜੀ, ਸੰਤ ਅਤਰ ਸਿੰਘ ਹੋਣਾ। ਕਹਿੰਦੇ ਭਾਈ, ਇੰਨੀ ਤਰੀਕ ਨੂੰ ਤੁਹਾਡੇ ਪਿੰਡ ਆਵਾਂਗੇ, ਤਿਆਰੀ ਕਰ ਲਓ। ਹੁਣ ਤਿਆਰੀ ਹੋਣੀ ਸ਼ੁਰੂ ਹੋ ਗਈ। ਦੂਸਰੇ ਪਾਸੇ ਦੂਜੇ ਪਿੰਡ ਵਾਹਿਗੁਰੂ, ਦੂਜੇ ਉਸੇ ਪਿੰਡ ਦੀ ਦੂਜੀ ਪਾਰਟੀ ਜਿਹੜੀ ਸੀ ਨਾ ਸ਼ਰਾਬ ਵੇਚਣ ਵਾਲੀ, ਉਹਨਾਂ ਸੋਚਿਆ ਜੇ ਸੰਤਾਂ ਨੇ ਆ ਕੇ ਦੀਵਾਨ ਲਾਤਾ, ਸਾਡੀ ਤੇ ਸ਼ਰਾਬ ਵਿਕਣੀ ਬੰਦ ਹੋ ਜਾਣੀ ਹੈ। ਉਹਨਾਂ ਕੀ ਕੀਤਾ? ਉਸੇ ਸਮੇਂ ਪਿੰਡ ਦੇ ਵਿੱਚ ਬਿਲਕੁਲ ਮਹਾਂਪੁਰਖਾਂ ਦੇ ਪੰਡਾਲ ਦੇ ਬਰਾਬਰ ਇੱਕ ਗਾਉਣ ਵਾਲੀ ਨੂੰ ਸੱਦਣ ਦਾ ਪ੍ਰੋਗਰਾਮ ਬਣਾ ਲਿਆ ਜੀ। ਕਲਯੁਗ ਦਾ ਸਮਾਂ ਹੈ, ਕਥਾ ਕੀਰਤਨ ਸੁਣਨ ਵਾਲੇ ਤੇ ਥੋੜੇ ਹੀ ਰੱਬ ਦੇ ਪਿਆਰੇ ਹੁੰਦੇ ਆ, ਗਾਉਣ ਵਾਲੀਆਂ ਸੁਣਨ ਵਾਲੇ ਬੜੇ ਹੁੰਦੇ ਆ ਜੀ। ਹੁਣ ਉਹ 10 ਜਣੇ ਗਰਾਈ ਕਰਨ ਦਏ ਆ, ਤੇ ਲੋਕੀ ਉਹਨਾਂ ਨੂੰ 500-500 ਰੁਪਈਆ ਦੇਣ ਗਰਾਈ। ਇੱਧਰ ਕੋਈ 100 ਵੀ ਨਾ ਦੇਵੇ ਜੀ ਕਥਾ ਕੀਰਤਨ ਵਾਲੇ ਪਾਸੇ। ਤੇ ਉਹ ਮਹਾਂਪੁਰਖਾਂ ਦੇ ਕੋਲ ਪ੍ਰੇਮੀ ਆਏ, ਕਹਿੰਦੇ ਮਹਾਂਪੁਰਖੋ, ਅਸੀਂ ਦਿਨ ਬਦਲ ਦਈਏ, ਜਿੱਥੇ ਆਪਣਾ ਪੰਡਾਲ ਲੱਗਣਾ ਉਹਦੇ ਬਰਾਬਰ ਗਾਉਣ ਵਾਲੀ ਦਾ ਪੰਡਾਲ ਲੱਗਣਾ, ਅਸੀਂ ਤਰੀਕ ਬਦਲ ਦਈਏ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ ਹੁਣ ਚੇਤਾ ਰੱਖਿਓ, ਜਪਣ ਵਾਲਿਆਂ ਦੇ ਅੰਦਰ ਭਰੋਸਾ ਹੁੰਦਾ ਹੈ ਜੀ। ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਨਾ ਵੀ ਹੀਰਾ, ਹੀਰੇ ਐਵੇਂ ਨਹੀਂ ਬਣਿਆ ਜਾਂਦਾ, ਅੰਦਰ ਚਾਨਣ ਐਵੇਂ ਨਹੀਂ ਧਿਆਇਆ ਜਾਂਦਾ ਜੀ। ਜਪਣ ਵਾਲਿਆਂ ਦੇ ਅੰਦਰ ਭਰੋਸਾ ਹੁੰਦਾ ਹੈ। ਮਹਾਂਪੁਰਖ ਕਹਿਣ ਲੱਗੇ, ਉਹ ਭਾਈ, ਅਸੀਂ ਗੁਰੂ ਵਾਲੇ ਹਾਂ, ਗੁਰੂ ਵਾਲੇ ਡਰ ਕੇ ਮੈਦਾਨ ਨਹੀਂ ਛੱਡਦੇ ਹੁੰਦੇ, ਅਸੀਂ ਕਿਉਂ ਤਰੀਕ ਬਦਲੀਏ, ਤੁਸੀਂ ਤਿਆਰੀ ਕਰੋ, ਅਸੀਂ ਆਵਾਂਗੇ। ਕਹਿਣ ਲੱਗੇ, ਕਹਿੰਦੇ ਠੀਕ ਹੈ। ਮਹਾਂਪੁਰਖ ਕਹਿੰਦੇ ਫਰਕ ਇਹ ਪਏਗਾ, ਅਸੀਂ ਥੋੜਾ ਜਿਹਾ ਸਮਾਂ ਪਹਿਲਾਂ ਸ਼ੁਰੂ ਕਰ ਦਿਆਂਗੇ। ਦਿਨ ਆ ਗਿਆ ਜੀ, ਸੰਤ ਅਤਰ ਸਿੰਘ ਜੀ ਉੱਥੇ ਪਹੁੰਚ ਗਏ। ਜਦੋਂ ਸੰਤਾਂ ਨੇ ਕੀਰਤਨ ਸ਼ੁਰੂ ਕੀਤਾ, ਪਿੰਡ ਦੇ ਗੁਰਮੁਖ ਪਿਆਰੇ ਆ ਕੇ ਬਹਿ ਕੇ ਕੀਰਤਨ ਸੁਣਨ ਲੱਗ ਪਏ ਜੀ। ਗਾਉਣ ਵਾਲੀ ਥੋੜੀ ਲੇਟ ਹੋ ਗਈ ਜੀ। ਗੱਜ ਕੇ ਆਖੋ, ਇਹ ਵੀ ਬੜੀ ਵੱਡੀ ਗੱਲ ਜੇ। ਸਮੇਂ ਦਾ ਪਾਬੰਦ ਬੰਦਾ ਬੜੀਆਂ ਬੜੀਆਂ ਬਖਸ਼ਿਸ਼ਾਂ ਹਾਸਲ ਕਰਦਾ ਜੇ। ਜਿਹੜਾ ਬੰਦਾ ਸਮੇਂ ਦਾ ਪਾਬੰਦ ਨਹੀਂ ਹੈਗਾ, ਤੁਸੀਂ ਵੇਖਿਓ ਕਈ ਵਾਰੀ ਬੜੀਆਂ ਬੜੀਆਂ ਬਖਸ਼ਿਸ਼ਾਂ ਤੋਂ ਵਾਂਝਾ ਰਹਿ ਜਾਂਦਾ ਹੈ ਜੀ। ਉਹ ਲੇਟ ਹੋ ਗਈ ਜੀ। ਜਦੋਂ ਲੇਟ ਹੋਈ ਤੇ ਉਹਨਾਂ ਚਿਰ ਨੂੰ ਸੰਤਾਂ ਨੇ ਸ਼ੁਰੂ ਕਰਤਾ ਸੀ ਆਪਣਾ ਪ੍ਰੋਗਰਾਮ ਜੀ। ਉਹਦੇ ਕੰਨਾਂ 'ਚ ਮਹਾਂਪੁਰਖਾਂ ਦੀ ਆਵਾਜ਼ ਪਈ, ਆਵਾਜ਼ 'ਚ ਰਸ ਬੜਾ ਸੀਗਾ। ਉਹ ਕਹਿਣ ਲੱਗੀ ਮੈਂ ਇੱਧਰ ਜਾਣਾ, ਪਹਿਲਾਂ ਕੌਣ ਗਾ ਰਿਹਾ? ਉਹ ਦੂਜੀ ਪਾਰਟੀ ਵਾਲੇ ਬਥੇਰਾ ਕਹਿਣ ਵੀ ਆਪਣਾ ਪੰਡਾਲ ਦੂਜੇ ਬੰਨੇ ਹੈ, ਉਹ ਕਹਿੰਦੀ ਮੈਂ ਪਹਿਲਾਂ ਉੱਧਰ ਜਾਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਤੇ ਸੰਤ ਅਤਰ ਸਿੰਘ ਕਰਨ ਦਾ ਕੀਰਤਨ। ਤੇ ਸੰਗਤ ਜੀ, ਜਦੋਂ ਗਾਉਣ ਵਾਲੀ ਨੇ ਸੁਣਿਆ, ਮਹਾਰਾਜ ਨੂੰ ਮੱਥਾ ਟੇਕ ਕੇ ਪੰਡਾਲ ਦੇ ਵਿੱਚ ਬਹਿ ਗਈ ਜੀ। ਸੰਤਾਂ ਨੇ ਖੂਬ ਰਸ ਵਿੱਚ ਆ ਕੇ ਕਥਾ ਕੀਤੀ, ਕੀਰਤਨ ਕੀਤਾ।
ਗਾਉਣ ਵਾਲੀ ਸਾਹਮਣੇ ਬਹਿ ਕੇ ਰੋਂਦੀ ਰਹੀ। 2.5 ਘੰਟੇ ਸੰਤਾਂ ਨੇ ਲਾਏ। ਸੰਤ ਕਹਿਣ ਲੱਗੇ ਹੁਣ ਹੱਥ ਖੜੇ ਕਰੋ, ਕਿਹੜਾ ਅੰਮ੍ਰਿਤ ਛਕੇਗਾ। ਗਾਉਣ ਵਾਲੀ ਸਭ ਤੋਂ ਪਹਿਲਾਂ ਹੱਥ ਖੜਾ ਕਰਕੇ ਕਹਿਣ ਲੱਗੀ ਕੱਲੀ ਮੈਂ ਨਹੀਂ ਛਕਾਂਗੀ, ਮੇਰੀ ਮੰਡਲੀ ਵੀ ਛਕੇਗੀ। ਕਿਉਂ? ਕਹਿਣ ਲੱਗੀ ਅੱਜ ਪਤਾ ਲੱਗਾ ਸਾਰੀ ਉਮਰ ਜ਼ੁਬਾਨ ਤੋਂ ਗੰਦੇ ਹੀ ਗੀਤ ਗਾਏ ਆ, ਅੱਜ ਤੋਂ ਇਹ ਜ਼ੁਬਾਨ ਬਾਣੀ ਦਾ ਕੀਰਤਨ ਹੀ ਕਰੇਗੀ। ਕਹਿਣ ਲੱਗੀ ਜਿਨ੍ਹਾਂ ਗੁਰਮੁਖਾਂ ਦਾ ਅਸਰ ਪੈਂਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਅਸਰ ਪੈਂਦਾ, ਅਸਰ ਦੀ। ਸੰਤ ਗੁਰਬਚਨ ਸਿੰਘ ਜੀ ਹੋਣਾ ਕਥਾ ਕਰਨੀ, ਜਿਨ੍ਹਾਂ ਨੇ ਉਹਨਾਂ ਦੀ ਕਥਾ ਸੁਣ ਲੈਣੀ, ਪਿਆਰਿਓ ਗੁਰੂ ਦੇ ਰੰਗ 'ਚ ਰੰਗੇ ਜਾਂਦੇ ਜੀ। ਸੰਤ ਸੁੰਦਰ ਸਿੰਘ ਜੀ ਖਾਲਸਾ ਜੀ ਕਥਾ ਕਰਦੇ, ਪਿਆਰਿਓ ਨਿਹਾਲ ਕਰ ਦਿੰਦੇ। ਕਿਉਂ? ਉਹ ਹੀਰੇ ਸਨ, ਉਹਨਾਂ ਦੇ ਅੰਦਰ ਚਾਨਣ ਹੈਗਾ ਜੀ। ਮਹਾਰਾਜ ਕਹਿਣ ਲੱਗੇ ਗੁਰਮੁਖ ਦਾ ਅਸਰ ਪਏਗਾ, ਉਹਦੇ ਬੋਲੇ ਦਾ ਅਸਰ ਪਏਗਾ। ਹਾਂਜੀ, ਜੇ ਨਰ ਹੋਰੇ ਅਰ ਕੁਰਿਆਰੇ, ਜਿਹੜੇ ਹੌਲੇ ਨੇ ਜੀ ਨਾਮ ਨਹੀਂ ਜਪਦੇ, ਝੂਠੇ ਵੀ ਨੇ। ਹਾਂਜੀ, ਸੋ ਕੁਸੰਗ ਮਹਿ ਬਨਹਿ ਉਦਾਰੇ। ਮਹਾਰਾਜ ਕਹਿਣ ਲੱਗੇ ਉਹ ਕੁਸੰਗਤ ਵਿੱਚ ਵੱਡੇ ਬਣ ਜਾਂਦੇ ਆ। ਹਾਂਜੀ, ਸ਼ੁਭ ਨਰ ਪਰ ਤਿਹ ਛਾਏ ਨਾ ਤੇਜ। ਮਹਾਰਾਜ ਕਹਿਣ ਲੱਗੇ ਠੀਕ ਹੈ, ਕੁਸੰਗ ਕਰਨਗੇ, ਹੌਲੇ ਹੋਣਗੇ, ਸ਼ਬਦ ਦੀ ਕਮਾਈ ਨਹੀਂ ਕਰਦੇ, ਕਥਾ ਕੀਰਤਨ ਕਰਦੇ ਆ, ਜਿਨ੍ਹਾਂ ਦੀ ਸੁਰਤ ਜੁੜੀ ਉਹਨਾਂ ਉੱਤੇ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਜੀ। ਉਹ ਕਹਿੰਦੇ ਐਵੇਂ ਹੀ ਹੌਲੇ ਹੀ ਬੋਲਦੇ ਇਹਨਾਂ ਤੇ। ਹਾਂਜੀ, ਸਤ ਸੰਗਤ ਕੋ ਜਿਨਹੁ ਮਜੇਜ। ਮਹਾਰਾਜ ਕਹਿਣ ਲੱਗੇ ਉਹਨਾਂ ਨੂੰ ਫਿਰ ਉਹਨਾਂ ਦਾ ਬੋਲਿਆ ਅਸਰ ਨਹੀਂ ਪੈਂਦਾ ਕਿਸੇ ਤੇ, ਹਉਮੈ ਨਾਲ ਭਰੇ ਹੁੰਦੇ ਆ। ਤੁਸੀਂ ਵੇਖਿਓ ਸੰਤ ਅਤਰ ਸਿੰਘ ਜੀ ਦਾ ਬੋਲ ਸੀ, ਕਹਿੰਦੇ ਜਿਹਦਾ ਕਥਾ ਕਰਨ ਨੂੰ ਜੀ ਕਰਦਾ ਉਹ ਨਾ ਕਰਿਆ ਕਰੇ, ਜਿਹਦਾ ਨਹੀਂ ਕਰਦਾ ਉਹ ਕਥਾ ਕਰਿਆ ਕਰੇ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਜਦੋਂ ਬੰਦਾ ਤਿਆਰੀ ਕਰਕੇ ਆਉਂਦਾ, ਸੰਗਤ ਦੀ ਆਪਣੀ ਹਉਮੈ ਬੋਲਦੀ ਹੈ। ਜਦੋਂ ਬਿਨਾਂ ਹੀ ਤਿਆਰੀ ਤੋਂ ਆਉਂਦਾ ਫਿਰ ਗੁਰੂ ਦੀ ਕਿਰਪਾ ਬੋਲਦੀ ਹੈ ਜੀ। ਹਾਂਜੀ, ਜਿਸ ਕੇ ਹਿਰਦੈ ਸ਼ਬਦ ਗੁਰ ਕੇਰਾ। ਮਹਾਰਾਜ ਕਹਿਣ ਲੱਗੇ ਜਿਹਦੇ ਹਿਰਦੇ 'ਚ ਗੁਰੂ ਦਾ ਸ਼ਬਦ ਵਸਿਆ। ਹਾਂਜੀ, ਭਇਓ ਪਰਵੇਸ਼ ਮਹਾ ਸੁਖ ਹੇਰਾ। ਮਹਾਰਾਜ ਕਹਿੰਦੇ ਉੱਥੇ ਤੇ ਮਹਾਨ ਸੁਖ ਬਣਿਆ ਜੀ। ਉੱਥੇ ਤੇ ਸਿਮਰ ਸਿਮਰ ਕੇ ਜਪ ਜਪ ਕੇ ਮਹਾਰਾਜ ਕਹਿੰਦੇ ਇੰਨਾ ਜ਼ਿਆਦਾ ਭਰੋਸਾ ਬਣ ਜਾਂਦਾ, ਬੰਦਾ ਜ਼ਬਰਦਸਤੀ ਗੁਰੂ ਵਾਲਾ ਬਣ ਜਾਂਦਾ ਜੀ। ਹਾਂਜੀ, ਸੰਗਤ ਜੀ ਸੋਨੇ ਦਾ ਇੱਕ ਬੰਦਾ ਕੰਮ ਕਰਦਾ, ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ। ਉੱਥੇ ਸੰਤ ਬੈਠੇ, ਸੰਤ ਅਤਰ ਵਾਹਿਗੁਰੂ ਸੰਤ ਈਸ਼ਰ ਸਿੰਘ ਨਾਨਕਸਰ ਵਾਲੇ ਉਸ ਪਿੰਡ 'ਚ ਦੀਵਾਨ ਲਾ ਰਹੇ ਸਨ। ਉਹ ਪਿੰਡ ਵਾਲਾ ਸੰਗਤ ਦੀ ਘਰ ਵਾਲੇ ਉਹਨੂੰ ਆਪਣੇ ਪ੍ਰਾਹੁਣੇ ਨੂੰ ਕਹਿਣ ਲੱਗੇ, ਕਹਿੰਦੇ ਅਸੀਂ ਤੇ ਕਥਾ ਸੁਣਨ ਜਾਣਾ, ਤੂੰ ਜਾਣਾ ਤੇ ਚੱਲ ਪਾ। ਜੀ ਤੇ ਨਹੀਂ ਸੀ ਉਹਦਾ ਕਰਦਾ, ਪਰ ਉਹ ਤੁਰ ਪਿਆ ਜੀ। ਕਥਾ ਕੀਰਤਨ ਹੋਇਆ। ਮਹਾਂਪੁਰਖ ਕਹਿਣ ਲੱਗੇ ਆਹ ਬੰਦਾ ਕਿੱਥੋਂ ਆਇਆ? ਕਹਿਣ ਲੱਗਾ ਜੀ ਇਹ ਬੰਦਾ, ਘਰ ਵਾਲੇ ਕਹਿਣ ਲੱਗੇ ਜੀ ਇਹ ਸਾਡਾ ਪ੍ਰਾਹੁਣਾ ਹੈ। ਬਾਬਾ ਜੀ ਕਹਿਣ ਲੱਗੇ ਅੰਮ੍ਰਿਤ ਛਕ ਲੈ। ਤੇ ਉਹ ਪਤਾ ਕੀ ਕਹਿੰਦਾ ਜੀ? ਕਹਿੰਦਾ ਜੀ ਮੈਂ ਪੱਕਾ ਹੀ ਪਾਪੀ, ਮੈਂ ਤੇ ਨਰਕਾਂ ਨੂੰ ਜਾਣਾ ਹੈ। ਕਈ ਬੰਦੇ ਇੰਜ ਕਹਿੰਦੇ ਨਾ ਜੀ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਤੂੰ ਨਰਕਾਂ ਨੂੰ ਜਾਣਾ? ਕਹਿਣ ਲੱਗਾ ਪਿੰਡ ਵਾਲੇ, ਆਸੇ ਪਾਸੇ ਪਿੰਡਾਂ ਵਾਲੇ ਮੇਰੇ ਤੇ ਭਰੋਸਾ ਕਰਦੇ ਆ ਵੀ ਇਹ ਬੰਦਾ ਵਧੀਆ ਹੈ, ਪਰ ਮੈਂ ਤੁਹਾਨੂੰ ਸੱਚ ਦੱਸਦਾ, 2 ਪਿੱਤਲ ਦੀਆਂ ਪਰਾਤਾਂ ਵੱਡੀਆਂ ਉਹ ਮੈਂ ਹੁਣ ਤੱਕ ਸੋਨੇ ਦੇ ਵਿੱਚ ਮਿਲਾ ਕੇ ਨਕਲੀ ਸੋਨਾ ਬਣਾ ਕੇ ਤੇ ਲੋਕਾਂ ਨੂੰ ਵੇਚ ਚੁੱਕਿਆ ਤੇ ਧੋਖਾ ਦਿੱਤਾ ਲੋਕਾਂ ਨੂੰ। ਹੁਣ ਨਾਮ ਜਪਣ ਵਾਲਿਆਂ ਅੱਗੇ ਝੂਠ ਬੋਲੇ ਕਿਹੜਾ? ਕਹਿੰਦਾ ਮੈਂ ਲੋਕਾਂ ਨੂੰ ਧੋਖਾ ਦਿੱਤਾ। ਇੰਨਾ ਵੱਡਾ ਮੇਰਾ ਪਾਪ ਤੇ ਦੱਸੋ ਬਖਸ਼ਿਆ ਜਾਵਾਂਗਾ? ਤੇ ਮਹਾਂਪੁਰਖ ਕਹਿਣ ਲੱਗੇ ਉਹ ਭਾਈ ਬਸ ਇੰਨੀ ਗੱਲ ਹੀ ਹੈ? ਕਹਿੰਦਾ ਜੀ ਇਹ ਛੋਟੀ ਗੱਲ ਹੈ। ਕਹਿੰਦੇ ਸੁਣ ਲਾ, ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਜਪ ਵਾਹਿਗੁਰੂ ਵਾਹਿਗੁਰੂ, ਤੈਨੂੰ ਗਰੰਟੀ ਦਿੰਦੇ ਆ ਇਹੋ ਜਿਹਾ ਕੋਈ ਪਾਪ ਨਹੀਂ ਹੈਗਾ ਜਿਹੜਾ ਰੱਬ ਦੇ ਨਾਮ ਦੇ ਅੱਗੇ ਅੜ ਜਾਵੇ। ਕਹਿਣ ਲੱਗੇ ਨਾਮ ਦੇ ਅੱਗੇ ਧੁੱਪੇਗਾ ਪਾਪ।
ਕਹਿੰਦਾ ਜੀ ਪੱਕੀ ਗੱਲ ਹੈ? ਕਹਿੰਦੇ ਹਾਂ। ਕਹਿਣ ਲੱਗਾ ਫਿਰ ਮੈਨੂੰ ਸਮਾਂ ਦਿਓ। ਕਹਿਣ ਲੱਗਾ ਸਮਾਂ ਦਿਓ। ਕਹਿੰਦੇ ਕਿੰਨਾ ਕਹਿਣ ਲੱਗਾ ਘਰ ਵਾਲਿਆਂ ਨੂੰ ਤਿਆਰ ਕਰ ਲਵਾਂ। ਜਿਹੜਾ ਬੰਦਾ ਆਪ ਨਹੀਂ ਸੀ ਨਾ ਅੰਮ੍ਰਿਤ ਛਕਣ ਨੂੰ ਤਿਆਰ ਹੁੰਦਾ, 70 ਜਣੇ ਪਰਿਵਾਰ ਦੇ ਤਿਆਰ ਕਰਕੇ ਨਾਲ ਅੰਮ੍ਰਿਤ ਛਕਿਆ ਜੀ ਉਹਨੇ ਜੀ। ਪ੍ਰਭਾਵ ਜੀ। ਮਹਾਰਾਜ ਕਹਿੰਦੇ ਨਾਮ ਜਪਣ ਵਾਲਿਆਂ ਅੰਦਰ ਚਾਨਣ ਹੁੰਦਾ ਹੈ, ਉਹਨਾਂ ਦਾ ਅਸਰ ਪੈਂਦਾ ਹੈ। ਹਾਂਜੀ। ਸੋ ਰਸਨਾ ਤੇ ਜਪੈ ਬਖਾਨੈ। ਮਹਾਰਾਜ ਕਹਿਣ ਲੱਗੇ ਰਸਨਾ ਤੋਂ ਜਪਦੇ ਆ, ਉਹ ਫਿਰ ਅੱਗੋਂ ਦੱਸਦੇ ਆ। ਹਾਂਜੀ। ਸ਼ਰੋਤਾ ਸੁਨਤ ਸ਼ਾਂਤ ਕੋ ਠਾਨੈ। ਤੇ ਸਰੋਤੇ ਸੁਣ ਸੁਣ ਕੇ ਉਹਨਾਂ ਦੇ ਮਨ ਸ਼ਾਂਤ ਹੋਈ ਜਾਂਦੇ ਆ, ਉਹਨਾਂ ਦੇ ਮਨ 'ਚ ਪ੍ਰੇਮ ਵਸੀ ਜਾਂਦਾ ਹੈ। ਹਾਂਜੀ। ਤ੍ਰਿਸ਼ਨਾ ਤਪਤ ਤਜੈ ਸੁਖ ਪਾਵੈ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਦੀ ਧੁੱਪ ਛੱਡ ਦਿੱਤੀ ਹੁੰਦੀ ਉਹਨਾਂ ਨੇ ਜੀ। ਤ੍ਰਿਸ਼ਨਾ ਉਹਨਾਂ ਨੂੰ ਤਾਪਦੀ ਨਹੀਂ ਵੀ ਹੋਰ ਮਿਲ ਜੇ, ਹੋਰ ਮਿਲ ਜੇ, ਹੋਰ ਮਿਲ ਜੇ। ਮੈਂ ਵੇਖੇ ਰਾਗੀ ਢਾਡੀ ਲੜਦੇ ਹੋਏ ਜੀ, ਪ੍ਰਬੰਧਕਾਂ ਨੂੰ ਕਹਿੰਦੇ ਇੰਨੇ ਪੈਸੇ ਦਓਗੇ ਤੇ ਆਵਾਂਗੇ, ਨਹੀਂ ਤੇ ਨਹੀਂ ਆਉਣਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਦੱਸੋ ਉਹਨਾਂ ਦੇ ਕਥਾ ਕੀਰਤਨ ਦਾ ਕੀ ਕਿਸੇ ਉੱਤੇ ਅਸਰ ਪਏਗਾ ਜੀ। ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨਾ ਉਹਨਾਂ ਉੱਤੇ ਤ੍ਰਿਸ਼ਨਾ ਦੀ ਅਸਰ ਨਹੀਂ ਹੁੰਦਾ ਜੀ, ਵੀ ਹੋਰ ਮਿਲ ਜੇ ਪੈਸੇ, ਹੋਰ ਮਿਲ ਜਾਣ। ਹਾਂਜੀ। ਸਤ ਸੰਗਤ ਸਿਮਰਨ ਮਨ ਭਾਵੈ। ਹਾਂ, ਉਹ ਤੇ ਸਤ ਸੰਗਤ ਕਰਦੇ ਆ, ਸਿਮਰਨ ਉਹਨਾਂ ਨੂੰ ਬੜਾ ਚੰਗਾ ਲੱਗਦਾ ਹੈ ਜੀ। ਹਾਂਜੀ। ਲਖੇ ਜੋ ਮਮ ਤੇ ਬੁੱਧ ਉਤੰਗ। ਤੇ ਜਿਹੜੇ ਸਮਝਦੇ ਮੈਂ ਬੜਾ ਬੁੱਧੀਵਾਨ ਹੈਗਾ, ਮੈਂ ਬੜਾ ਸਿਆਣਾ ਹੈਗਾ ਜੀ। ਹਾਂਜੀ। ਚਹਿਯਹ ਕਰਿਓ ਤਾਹੇ ਸ਼ੁਭ ਸੰਗ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ ਛੱਡ ਕੇ ਜਿਹੜੇ ਆਪਣੇ ਆਪ ਨੂੰ ਨੀਵੇਂ ਕਹਿਣ, ਨਾਮ ਜਪਣ, ਉਹਨਾਂ ਦਾ ਸੰਗ ਕਰਨਾ ਚਾਹੀਦਾ। ਕਹਿਣ ਲੱਗੇ। ਹਾਂਜੀ। ਗੁਰ ਬਾਕਨ ਕੋ ਹਿਰਦੈ ਬਸਾਵੈ। ਮਹਾਰਾਜ ਕਹਿਣ ਲੱਗੇ ਉਹ ਇਹ ਗੱਲਾਂ ਛੱਡ ਦਿੰਦੇ ਵੀ ਮੈਂ ਉੱਚਾ ਹੈਗਾ, ਉਹ ਤੇ ਗੁਰੂ ਦੇ ਬਚਨਾਂ ਨੂੰ ਅੰਦਰ ਹੀ ਵਸਾ ਲੈਂਦੇ ਜੀ। ਹਾਂਜੀ। ਜੇ ਅਸ ਨਰ ਕੁਸੰਗ ਕਬ ਪਾਵੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਜੇ ਕਿਤੇ ਕੁਸੰਗ 'ਚ ਚਲੇ ਜਾਵੇ ਜੀ। ਹਾਂਜੀ। ਨਹਿ ਬਿਗੜੈ ਨਿਸ਼ਚਾ ਦ੍ਰਿੜ ਰਹੇ। ਚੇਤਾ ਰੱਖਿਓ ਮਾੜੀ ਸੰਗਤ ਵਿੱਚ ਚਲੇ ਜਾਵੇ, ਉਹਦੇ ਉੱਤੇ ਮਾੜੀ ਸੰਗਤ ਦਾ ਅਸਰ ਨਹੀਂ ਪਏਗਾ, ਕਿਉਂਕਿ ਉਹਦਾ ਮਨ ਟਿਕਿਆ ਹੋਇਆ ਹੈ ਜੀ। ਸਾਡਾ ਪਤਾ ਕੀ ਹਿਸਾਬ ਹੈ, ਅਜੇ ਮਨ ਦਾ ਟਿਕਾਓ ਨਹੀਂ ਹੈ। ਚੰਗੀ ਸੰਗਤ 'ਚ ਜਾਈਏ ਚੰਗੇ ਹੋ ਜਾਂਦੇ ਆ, ਮਾੜੀ ਸੰਗਤ 'ਚ ਜਾਈਏ ਮਨ ਫਿਰ ਡੱਕੇ ਡੋਲੇ ਖਾਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਨਾ, ਪਰ ਜਦੋਂ ਨਾਮ ਜਪ ਕੇ ਬੰਦਾ ਦ੍ਰਿੜ ਹੋ ਜਾਂਦਾ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਉਹ ਮਾੜੀ ਸੰਗਤ 'ਚ ਵੀ ਚਲੇ ਜਾਵੇ, ਮਾੜੀ ਸੰਗਤ ਦਾ ਉਹਦੇ ਉੱਤੇ ਅਸਰ ਨਹੀਂ ਪੈਂਦਾ ਜੀ, ਅਸਰ ਨਹੀਂ ਪੈਂਦਾ। ਤੇ ਸਾਡਾ ਕੀ ਹੈ, ਉਹ ਸੱਚੇ ਪਾਤਸ਼ਾਹ ਬਾਣੀ 'ਚ ਦੱਸਦੇ। ਇੱਥੇ ਬੈਠੇ ਆ, ਚੰਦਨ ਦਾ ਲੇਪ ਹੋ ਗਿਆ ਜੀ, ਪਰ ਬਾਹਰ ਚਲੇ ਗਏ ਕੁਸੰਗ ਹੈ, ਫਿਰ ਖੇਹ ਵਿੱਚ ਰਲ ਗਏ ਜੀ। ਸਤਿਗੁਰੂ ਬਾਣੀ 'ਚ ਕਿਰਪਾ ਕਰਦੇ। ਮਹਾਰਾਜ ਕਹਿਣ ਲੱਗੇ ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਹਾਥੀ ਨੂੰ ਚੰਦਨ ਦਾ ਲੇਪ ਲਾਓ, ਵਾਹਿਗੁਰੂ ਗਧੇ ਨੂੰ ਚੰਦਨ ਦਾ ਲੇਪ ਲਾਓ, ਉਹਦੀ ਪ੍ਰੀਤ ਮਿੱਟੀ ਨਾਲ ਹੈ। ਚੰਦਨ ਦਾ ਲੇਪ ਲਾਇਆ ਫਿਰ ਮਿੱਟੀ ਵਿੱਚ ਜਾ ਰਲਦਾ। ਪਿਆਰਿਓ ਇਹੋ ਹੀ ਆਪਣੇ ਮਨਾਂ ਦਾ ਹਾਲ ਹੈ। ਕਥਾ ਕਰ ਸੁਣ ਲਈ, ਚੰਦਨ ਦਾ ਲੇਪ ਲੱਗ ਗਿਆ ਜੀ। ਜਦੋਂ ਫਿਰ ਬਾਹਰ ਜਾਂਦੇ ਆ, ਉਹੋ ਹੀ ਮਾੜੇ ਕੰਮ ਸ਼ੁਰੂ ਹੋ ਜਾਂਦੇ ਆ। ਸਮਝੋ ਮਿੱਟੀ ਵਿੱਚ ਪਲਸੇਟੇ ਮਾਰਨ ਲੱਗ ਪੈਂਦੇ ਆ। ਹਾਂਜੀ। ਜਥਾ ਅਚਲ ਇੱਕ ਥਲ ਥਿਰ ਅਹੇ। ਹਾਂਜੀ। ਜਿਮ ਚੰਦਰ ਬਾਵਨ ਅਰ ਸੀਤਲ। ਮਹਾਰਾਜ ਕਹਿਣ ਲੱਗੇ ਜਿਵੇਂ ਕੋਈ ਅਚਲ ਵਸਤੂ ਇੱਕ ਥਾਂ ਤੇ ਟਿਕ ਜਾਂਦੀ ਹੈ, ਉਹਨੂੰ ਕੋਈ ਹਿਲਾ ਨਹੀਂ ਸਕਦਾ। ਨਾਮ ਜਪਣ ਵਾਲੇ ਜਿਹੜੇ ਟਿਕ ਜਾਂਦੇ ਆ, ਉਹ ਮਾੜੀ ਸੰਗਤ 'ਚ ਵੀ ਚਲੇ ਜਾਣ, ਉਹਨਾਂ ਉੱਤੇ ਮਾੜੀ ਸੰਗਤ ਦਾ ਅਸਰ ਨਹੀਂ ਪੈ ਸਕਦਾ। ਸੰਤ ਤਰ ਸਿੰਘ ਜੀ ਨਾਮ ਜਪ ਰਹੇ। ਸਰਦੀਆਂ ਦੇ ਦਿਨ ਸਨ, ਦੁਪਹਿਰ ਦਾ ਸਮਾਂ ਸੀ। ਅੱਜ ਕੱਲ੍ਹ ਗਰਮੀਆਂ ਨੇ, ਦੁਪਹਿਰੇ ਸਾਰੇ ਲੁੱਕ ਕੇ ਘਰਾਂ ਨੂੰ ਬਹਿੰਦੇ ਆ। ਸਰਦੀਆਂ 'ਚ ਦੁਪਹਿਰੇ ਲੋਕੀ ਬਾਹਰ ਨਿਕਲਦੇ ਆ। 4 ਨੌਜਵਾਨ ਇਕੱਠੇ ਹੋਏ, ਮਾਲਵੇ ਦਾ ਇਲਾਕਾ ਸੀ।
ਬੋਲੀਆਂ ਬੋਲ ਰਹੇ ਜੀ ਉਹ ਜੀ, ਤੇ ਬੋਲੀਆਂ ਉਹ ਜਿਨ੍ਹਾਂ ਦੇ ਅਰਥ ਬਹੁਤ ਬੁਰੇ ਨਿਕਲਦੇ ਜੀ। ਬਿਲਕੁਲ ਪੰਜਾਬੀ ਚ ਕਵਾਂ ਗੰਦੀਆਂ ਬੋਲੀਆਂ ਬੋਲਣ ਦੇ। ਸੰਤ ਚੁਬਾਰੇ ਚੋਂ ਉਤਰੇ, ਰਸ ਚ ਰੰਗੇ ਸਨ, ਕਹਿਣ ਲੱਗੇ ਭਾਈ ਇਹ ਗੰਦੀਆਂ ਬੋਲੀਆਂ ਨਾ ਬੋਲੋ। ਉਹ ਕਹਿੰਦੇ ਉਹ ਸੰਤਾ ਅਸੀਂ ਤਾਂ ਨਹੀਂ ਹਟ ਸਕਦੇ, ਤੇ ਵੇਖ ਲੈ ਜਾਂ ਤੇ ਤੂੰ ਸਾਡੇ ਵਰਗਾ ਬਣ ਜਾ ਜਾਂ ਸਾਨੂੰ ਆਪਣੇ ਵਰਗਾ ਬਣਾ ਲਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਾਡੇ ਵਰਗਾ ਕੀ ਹੈ? ਬੋਲੀਆਂ ਦਾ ਆਨੰਦ ਆਉਣ ਲੱਗ ਪਿਆ ਜੀ, ਬੋਲੀਆਂ ਵਾਲਿਆਂ ਨਾਲ ਰਲ ਗਿਆ। ਸੰਤ ਕਹਿਣ ਲੱਗੇ ਕੋਈ ਨਹੀਂ, ਕਲਗੀਧਰ ਕਿਰਪਾ ਕਰਨ, ਤੁਸੀਂ ਮੇਰੇ ਵਰਗੇ ਬਣ ਜਾਓ ਕਹਿਣ ਲੱਗੇ। ਜਦੋਂ ਸੰਤਾਂ ਨੇ ਕੀਰਤਨ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਢੋਲਕੀ ਚਮਟੇ ਵਜਾਉਣ ਵਾਲੇ ਉਹੋ ਹੀ ਲੋਕ ਸਨ ਜਿਹੜੇ ਗੰਦੀਆਂ ਬੋਲੀਆਂ ਬੋਲਦੇ ਹੁੰਦੇ ਹੈਗੇ ਜੀ। ਮਹਾਰਾਜ ਕਹਿੰਦੇ ਨਾਮ ਜਪਣ ਵਾਲਾ ਮਾੜੀ ਸੰਗਤ 'ਚ ਵੀ ਚਲੇ ਜਾਵੇ, ਉਹਦੇ ਤੇ ਅਸਰ ਨਹੀਂ ਪਏਗਾ ਮਾੜੀ ਸੰਗਤ ਦਾ। ਹਾਂ, ਆਪਣਾ ਅਸਰ ਪਾ ਦੇਗਾ ਉੱਥੇ ਜਾ ਕੇ। ਹਾਂਜੀ। ਚਾਹੋਂ ਦਿਸ਼ ਮਹਿ ਇਹ ਲਪਟੈ ਹੀ ਤਲ। ਜਿਵੇਂ ਚੰਦਨ ਦਾ ਰੁੱਖ ਹੈ, ਜਿਮ ਚੰਦਨ ਬਾਵਨ ਤਰ ਸੀਤਲ, ਉਹ ਠੰਡਾ ਹੁੰਦਾ ਹੈ, ਉਹਦੇ ਚਾਰੇ ਪਾਸੇ ਸੱਪ ਜਿਹੜੇ ਉਹ ਲਪਟੇ ਹੁੰਦੇ ਆ। ਤੁਸੀਂ ਨੈੱਟ ਤੇ ਸਰਚ ਕਰ ਲਿਓ, ਇਹ ਬਚਨ ਬਿਲਕੁਲ ਸੱਤ ਹੈ। ਚੰਦਨ ਦਾ ਬੂਟਾ ਨਿੱਕਾ ਜਿਹੜਾ ਹੁੰਦਾ, ਉਹਦੇ ਤੇ ਸੱਪ ਬੈਠੇ ਹੁੰਦੇ ਆ ਕੇ ਜੀ। ਹਾਂਜੀ। ਤੋ ਨਾ ਸੀਤ ਤਜ ਬਿਖ ਕੋ ਲੇਤ। ਮਹਾਰਾਜ ਕਹਿਣ ਲੱਗੇ ਪਰ ਉਹ ਸੀਤਲਤਾ ਨਹੀਂ ਛੱਡਦਾ ਜੀ। ਸੱਪਾਂ ਵਿੱਚ ਜ਼ਹਿਰ ਹੁੰਦਾ ਹੈ ਨਾ, ਗਰਮ ਹੁੰਦੇ ਆ, ਤੇ ਉਹ ਫਿਰ ਚੰਦਨ ਦੇ ਨਾਲ ਲੱਗ ਕੇ ਠੰਡ ਮਾਣਦੇ ਆ, ਪਰ ਚੰਦਨ ਗਰਮ ਨਹੀਂ ਹੁੰਦਾ। ਹਾਂਜੀ। ਸਰਪਨ ਕੋ ਸੀਤਲ ਕਰ ਦੇਤ। ਮਹਾਰਾਜ ਕਹਿੰਦੇ ਉਹ ਤੇ ਸੱਪਾਂ ਨੂੰ ਵੀ ਠੰਡਿਆਂ ਕਰ ਦਿੰਦਾ ਹੈ। ਹਾਂਜੀ। ਤਿਮ ਗੁਰਮੁਖ ਜੇ ਧਰਹਿ ਕੁਸੰਗ। ਤਿਮ ਗੁਰਮੁਖ ਜੇ ਧਸਹਿ ਕੁਸੰਗ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖ ਬੰਦਾ ਕਿਤੇ ਮਾੜੀ ਸੰਗਤ ਵਿੱਚ ਚਲੇ ਜਾਵੇ, ਤਹ ਭੀ ਦੇਤ ਆਪਨੋ ਰੰਗ। ਉਥੇ ਵੀ ਆਪਣਾ ਰੰਗ ਚੜਾ ਦਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਬੀਬੀਆਂ ਬੈਠੀਆਂ ਨੇ, ਤੁਸੀਂ ਸੰਗਤ ਕਰਨ ਵਾਲੀਆਂ ਹੋ, ਵਿਆਹ 'ਚ ਗਈਆਂ ਤੇ ਉੱਥੇ ਖੂਬ ਨਾਚ ਗਾਣਾ ਚੱਲ ਰਿਹਾ। ਹਾਂਜੀ। ਤੇ ਉੱਥੇ ਜਾ ਕੇ ਰਹਿ ਰਸ ਦਾ ਚੇਤਾ ਹੀ ਭੁੱਲ ਜਾਂਦਾ ਹੈ, ਚੇਤਾ ਹੀ ਭੁੱਲ ਜਾਂਦਾ ਹੈ। ਇਹਦਾ ਮਤਲਬ ਉਹਦਾ ਅਸਰ ਚੜ ਗਿਆ। ਤੇ ਜੇ ਤੁਸੀਂ ਜੀਵਨ ਵਾਲੀਆਂ ਹੋਵੋ ਤੇ ਤੁਸੀਂ ਗੁਟਕਾ ਸਾਹਿਬ ਲੈ ਕੇ ਬਾਣੀ ਪੜਨ ਲੱਗ ਪਓ ਨਾ, ਆਪੇ ਹੀ ਡੈਕ ਬੰਦ ਕਰ ਦੇਣਾ ਵੀ ਬੀਬੀ ਜੀ ਪਾਠ ਕਰ ਰਹੇ ਨੇ ਜੀ। ਮਹਾਰਾਜ ਕਹਿਣ ਲੱਗੇ ਗੁਰਮੁਖ ਬੰਦਾ ਮਾੜੀ ਸੰਗਤ 'ਚ ਵੀ ਚਲੇ ਜਾਵੇ, ਉੱਥੇ ਆਪਣਾ ਹੀ ਰੰਗ ਚਾੜੇਗਾ, ਉਹਨਾਂ ਨੂੰ ਵੀ ਚੰਗਿਆ ਕਰੇਗਾ। ਹਾਂਜੀ। ਤਿਨਕੇ ਅਵਗੁਣ ਆਪ ਨਾ ਕਰੈ। ਉਹਨਾਂ ਦੇ ਔਗੁਣ ਆਪ ਨਹੀਂ ਗ੍ਰਹਿਣ ਕਰਦਾ ਵੀ ਕੋਈ ਨਹੀਂ, ਗਿੱਧਾ ਚੱਲ ਰਿਹਾ, ਰਹਿ ਰਸ ਦਾ ਟਾਈਮ ਲੰਘ ਚੱਲਾ, ਕੋਈ ਨਹੀਂ ਰਾਤ ਨੂੰ ਕਰ ਲਾਂਗੀ। ਹਾਂਜੀ। ਸ਼ੁਭ ਗੁਣ ਕਹਿ ਕਹਿ ਉਰ ਮੋਹ ਧਰੈ। ਮਹਾਰਾਜ ਕਹਿੰਦੇ ਸਗੋਂ ਸ਼ੁਭ ਗੁਣ ਉਹਨਾਂ ਨੂੰ ਵੀ ਦੱਸ ਦੱਸ ਕੇ ਉਹਨਾਂ ਦੇ ਅੰਦਰ ਵੀ ਸ਼ੁਭ ਗੁਣ ਟਿਕਾ ਦਿੰਦਾ ਗੁਰਮੁਖ। ਹਾਂਜੀ। ਸੁਨ ਸਿੱਖਨ ਸਭ ਸੀਸ ਨਿਵਾਇਓ। ਤੇ ਗੁਰੂ ਕੇ ਸਿੱਖਾਂ ਨੇ ਸੁਣ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਿਰ ਨਵਾਇਆ। ਗੱਜ ਕੇ ਆਖੋ ਵਾਹਿਗੁਰੂ। ਧੰਨ ਹਨ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਏਡੇ ਕੀਮਤੀ ਬਚਨ ਸੁਣਾਏ ਜੀ। ਹੁਣ ਸੰਗਤ ਜੀ, ਇਹ ਕਥਾ ਸੁਣ ਕੇ ਕਿਹਦਾ ਗੁਰਮੁਖ ਬਣਨ ਨੂੰ ਜੀ ਨਹੀਂ ਕਰਦਾ ਜੀ। ਹਾਂਜੀ। ਜਥਾ ਜੋਗ ਸ੍ਰੀ ਗੁਰੂ ਬਤਾਇਓ। ਜਿਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ, ਸਿੱਖਾਂ ਨੂੰ ਸੁਣ ਕੇ ਬੜੀ ਸ਼ਾਂਤੀ ਮਿਲੀ ਜੀ। ਹਾਂਜੀ। ਇਸ ਪ੍ਰਕਾਰ ਨਿਤ ਹੋਤ ਉਚਾਰ। ਇਸ ਤਰੀਕੇ ਨਾਲ ਹਰ ਰੋਜ਼ ਸੱਚੇ ਪਾਤਸ਼ਾਹ ਆਏ ਗਿਆਂ ਨੂੰ ਰੱਬ ਦੇ ਨਾਮ ਨਾਲ ਜੋੜਦੇ ਆ। ਹਾਂਜੀ। ਸ਼੍ਰੀ ਅਰਜਨ ਸਿੱਖ ਕਰਤ ਉਧਾਰ। ਮਹਾਰਾਜ ਆਪਣੇ ਸਿੱਖਾਂ ਦਾ ਉਧਾਰ ਕਰਦੇ ਆ, ਭਲਾ ਕਰਦੇ ਸੱਚੇ ਪਾਤਸ਼ਾਹ। ਤੁਸੀਂ ਵੇਖੋ ਕਿ ਇਹ ਗੁਰਮੁਖ ਦਾ ਇੰਨਾ ਅਸਰ ਪੈਂਦਾ ਹੈ ਤੇ ਗੁਰੂ ਸਾਹਿਬ ਦਾ ਕਿੰਨਾ ਅਸਰ ਹੋਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਜਣ ਠੱਗ ਸੀਗਾ, ਬਾਣੀ ਦਾ ਸ਼ਬਦ ਪੜਿਆ, ਉਹਨੂੰ ਸੰਤ ਬਣਾਇਆ ਮਹਾਰਾਜ ਨੇ ਜੀ। ਨੂਰ ਸ਼ਾਹ ਜਾਦੂਗਰਨੀ ਜਾਦੂ ਕਰ ਕਰਕੇ ਲੋਕਾਂ ਨੂੰ ਤਬਾਹ ਕਰ ਦਿੰਦੀ ਸੀਗੀ। ਗੁਰੂ ਨਾਨਕ ਸਾਹਿਬ ਨੇ ਦ੍ਰਿਸ਼ਟੀ ਪਾਈ, ਸੰਤ ਹੀ ਬਣ ਗਈ ਉਹ ਵੀ ਜੀ। ਹਾਂਜੀ।
ਫੈਲਿਓ ਸੁਜਸ ਵਿਦੇਸ਼ ਅਸ਼ੇਸ਼। ਮਹਾਰਾਜ ਗਰੀਬ ਨਵਾਜ ਜੀ ਦਾ ਜਸ ਫੈਲ ਗਿਆ। ਭਾਈ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੁਣਿਆ ਠੰਡ ਪੈਂਦੀ ਹੈ। ਹਾਂਜੀ, ਚਾਹੁੰਦ ਸ਼ਕੇ ਨਰ ਆਏ ਹਮੇਸ਼। ਹਮੇਸ਼ਾ ਚਾਰੇ ਪਾਸਿਓਂ ਲੋਕ ਆਏ ਹੀ ਰਹਿੰਦੇ ਸੀਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜੀ। ਬੜੀ ਪ੍ਰਸਿੱਧੀ ਹੋਈ ਸੱਚੇ ਪਾਤਸ਼ਾਹ ਜੀ ਦੀ ਜੀ। ਹਾਂਜੀ, ਇੱਕ ਦਿਨ ਬੈਠੇ ਸਭਾ ਵਿਸਾਲ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਦੇ ਵਿੱਚ ਬੈਠੇ ਗੁਰੂ ਅਰਜਨ ਸਾਹਿਬ ਜੀ। ਹਾਂਜੀ, ਬੜੇ ਬੜੇ ਸਿੱਖ ਭਗਤ ਰਸਾਲ। ਬੜੇ ਬੜੇ ਸਿੱਖ ਭਗਤ ਨਾਮ ਜਪਣ ਵਾਲੇ ਰਸਕ ਪੁਰਸ਼ ਸੰਗਤ ਵਿੱਚ ਬੈਠੇ ਜੀ। ਹਾਂਜੀ, ਚਲਿਓ ਜ਼ਿਕਰ ਸਿੱਖ ਬਹੁ ਕਿਸ ਦੇਸ਼। ਜ਼ਿਕਰ ਚੱਲਿਆ ਵੀ ਕਿਹੜੇ ਦੇਸ਼ ਵਿੱਚ ਜ਼ਿਆਦਾ ਸਿੱਖ ਰਹਿੰਦੇ ਆ। ਹਾਂਜੀ, ਕਹਿ ਸਤ ਸੰਗਤ ਭਾਉ ਵਿਸ਼ੇਸ਼। ਜਿੱਥੇ ਸਤ ਸੰਗਤ ਹੁੰਦੀ ਹੋਵੇ, ਗੱਜ ਕੇ ਆਖੋ ਵਾਹਿਗੁਰੂ। ਹੁਣ ਜ਼ਿਕਰ ਚੱਲੇ ਵੀ ਲਾਗੇ ਲਾਗੇ ਕਿੰਨੇ ਗੁਰਦੁਆਰੇ ਨੇ, ਕਿੱਥੇ ਜ਼ਿਆਦਾ ਸੰਗਤ ਜੁੜਦੀ ਹੈ, ਜ਼ਿਕਰ ਚੱਲਣੇ ਚਾਹੀਦੇ ਆ। ਹਾਂਜੀ, ਜਿਸ ਜਿਸ ਜੋ ਜੋ ਦੇਖਣ ਕੀਨਾ। ਜਿੰਨੇ ਜਿੰਨੇ ਜੋ ਜੋ ਆਪਣੇ ਵੇਖਿਆ ਸੀਗਾ, ਅਨੁਭਵ ਕੀਤਾ ਸੀ। ਹਾਂਜੀ, ਕਰਿਓ ਸੁਨਾਵਨ ਜਸ ਜਸ ਚੀਨਾ। ਉਹਨੇ ਉਸੇ ਤਰੀਕੇ ਨਾਲ ਸੁਣਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਿਤਿਕ ਸਿੱਖ ਸ੍ਰੀ ਗੁਰੂ ਸੋ ਕਹਾਂ। ਕੋਈ ਸਿੱਖ ਮਹਾਰਾਜ ਨੂੰ ਕਹਿਣ, ਕਈ ਸਿੱਖ ਮਹਾਰਾਜ ਨੂੰ ਇੰਜ ਕਹਿਣ ਲੱਗੇ ਜੀ। ਹਾਂਜੀ, ਦੇਸ਼ ਗਿਰਨ ਕਸ਼ਮੀਰ ਜੋ ਅਹ। ਮਹਾਰਾਜ ਪਹਾੜੀ ਇਲਾਕਾ ਕਸ਼ਮੀਰ ਹੈ ਜੋ। ਹਾਂਜੀ, ਤਰਕਤ ਪੰਡਤ ਤਹਾਂ ਮਹਾਨੀ। ਹਾਂਜੀ। ਪੜਨ ਦੇਤ ਨਹਿ ਸਤਿਗੁਰ ਬਾਣੀ। ਸਿੱਖ ਤੇ ਉੱਥੇ ਹੈਗੇ ਨੇ, ਪਰ ਮਹਾਰਾਜ ਉੱਥੇ ਪੰਡਤ ਲੋਕ ਅਭਿਮਾਨ ਕਰਦੇ ਆ, ਸਿੱਖਾਂ ਨੂੰ ਬਾਣੀ ਨਹੀਂ ਪੜਨ ਦਿੰਦੇ। ਹਾਂਜੀ, ਸੰਸਕ੍ਰਿਤ ਸੁਰ ਬਾਣੀ ਜਾਨਹੁ। ਉਹ ਕਹਿੰਦੇ ਭਾਈ ਸੰਸਕ੍ਰਿਤੀ ਦੇਵਤਿਆਂ ਦੀ ਬਾਣੀ ਹੈ, ਉਹੋ ਹੀ ਪੜ੍ਹਨੀ ਹੈ। ਹਾਂਜੀ, ਮਨੁੱਖ ਗਿਰਾ ਭਾਖਾ ਇਹ ਮੰਨਹੁ। ਤੇ ਬਾਣੀ ਸਤਿਗੁਰੂ ਦੀ ਬਾਣੀ ਹੈ ਤੇ ਬੰਦਿਆਂ ਦੀ ਬਾਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਸਕ੍ਰਿਤ ਦੇਵਤਿਆਂ ਦੀ ਬਾਣੀ ਹੈ, ਗੁਰੂ ਦੀ ਬਾਣੀ ਬੰਦਿਆਂ ਦੀ ਬਾਣੀ ਹੈ। ਉਹ ਇਸ ਤਰ੍ਹਾਂ ਕਹਿੰਦੇ ਆ। ਹਾਂਜੀ, ਕਿਉਂ ਤੁਮ ਪਠੋ ਕਹਾਂ ਫਲ ਲਾਗੇ। ਉਹ ਕਹਿੰਦੇ ਤੁਸੀਂ ਕਿਉਂ ਬਾਣੀ ਪੜ੍ਹਦੇ ਹੋ, ਤੁਹਾਨੂੰ ਕੀ ਫਲ ਮਿਲਦਾ ਹੈ। ਹਾਂਜੀ, ਨਿਤ ਨਮਿਤ ਕੇ ਕਰਮਨ ਤਿਆਗੇ। ਨਿਤ ਨਮਿਤ ਕੇ ਕਰਮਨ ਤਿਆਗੇ। ਗੱਜ ਕੇ ਆਖੋ ਵਾਹਿਗੁਰੂ। ਤੁਹਾਨੂੰ ਕੀ ਫਲ ਮਿਲੇਗਾ, ਕੀ ਫਲ ਨਹੀਂ ਮਿਲਣਾ, ਕਿਉਂ ਪੜ੍ਹਦੇ ਹੋ। ਉਹ ਤਰਕਾਂ ਕਰਦੇ ਮਹਾਰਾਜ ਸਿੱਖਾਂ ਤੇ। ਹਾਂਜੀ, ਇਤਿਆਦਿਕ ਸਭ ਹੂਨ ਸੁਨਾਵੈ। ਇਸ ਤਰੀਕੇ ਨਾਲ ਸਾਰਿਆਂ ਨੇ ਗੱਲਾਂ ਦਸੀਆਂ ਜੀ। ਹਾਂਜੀ, ਗੁਰ ਮਤ ਸਿੱਖੀ ਤੇ ਸੋ ਹਟਾਵੈ। ਸੱਚੇ ਪਾਤਸ਼ਾਹ ਬ੍ਰਾਹਮਣ ਲੋਕ ਗੁਰਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਦੇ ਆ। ਹਾਂਜੀ, ਸ਼੍ਰੀ ਅਰਜਨ ਸੁਨ ਸਭਾ ਮਝਾਰਾ। ਮਾਧੋ ਸੋਢੀ ਨਿਕਟ ਹਕਾਰਾ। ਗੱਜ ਕੇ ਆਖੋ ਵਾਹਿਗੁਰੂ। ਉਥੇ ਸੋਢੀ ਸੀਗਾ ਜੀ ਸਤਿਗੁਰੂ ਦੇ ਪਰਿਵਾਰ ਦਾ ਜੀ। ਉਹਦਾ ਨਾਮ ਸੀ ਭਾਈ ਮਾਧੋ ਜੀ। ਹਾਂਜੀ, ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਸਤਿਗੁਰੂ ਜੀ ਨੇ ਉਹਨੂੰ ਕੋਲ ਸੱਦਿਆ। ਮਹਾਰਾਜ ਕਹਿੰਦੇ ਮਾਧੋ ਗੱਲ ਸੁਣ ਸਾਡੀ। ਹਾਂਜੀ, ਗੁਰਮਤ ਮਹਿ ਤੂੰ ਆਹ ਪ੍ਰਬੀਨ। ਭਾਈ ਮਾਧੋ ਜੀ ਤੁਸੀਂ ਗੁਰਮਤ ਵਿੱਚ ਪੱਕੇ ਹੋ, ਕਹਿਣ ਲੱਗੇ। ਹਾਂਜੀ, ਅਬ ਹਮ ਤੋਹੇ ਬਚਨ ਕੇ ਮਾਹੀ। ਹਾਂਜੀ। ਪਾਈ ਸ਼ਕਤ ਮਿਟਹਿ ਕਬ ਨਾਹੀ। ਲਓ ਮਹਾਰਾਜ ਕਹਿਣ ਲੱਗੇ ਅੱਜ ਤੋਂ ਅਸੀਂ ਤੁਹਾਡੇ 'ਚ ਸ਼ਕਤੀ ਪਾ ਦਿੱਤੀ ਹੈ, ਜਿਹੜੀ ਸ਼ਕਤੀ ਕਦੀ ਮਿਟੇਗੀ ਨਹੀਂ। ਮਹਾਰਾਜ ਕਹਿਣ ਲੱਗੇ ਜੋ ਕਹੋਗੇ ਸੱਚ ਹੋਇਆ ਕਰੇਗਾ। ਹਾਂਜੀ, ਪਰਬਤ ਬਿਖੈ ਦੇਸ਼ ਕਸ਼ਮੀਰ। ਸਿੱਖੀ ਜਾਏ ਦ੍ਰਿੜਾਵਹੁ ਧੀਰ। ਤੇ ਕਸ਼ਮੀਰ ਦੇ ਵਿੱਚ ਜਾਓ। ਮਹਾਰਾਜ ਕਹਿਣ ਲੱਗੇ ਉੱਥੇ ਸਿੱਖੀ ਪ੍ਰਗਟ ਕਰੋ। ਚਾਹੀਦਾ ਤੇ ਹੈ ਸਾਰੇ ਸਿੱਖ ਹੀ ਕਮਾਈ ਕਰਨ ਤੇ ਉਹਨਾਂ ਦੀ ਜੀਭ 'ਚ ਸ਼ਕਤੀ ਆਵੇ, ਉਹਨਾਂ ਦੀਆਂ ਗੱਲਾਂ 'ਚ ਅਸਰ ਹੋਵੇ, ਸਿੱਖੀ ਜ਼ਿਆਦਾ ਦ੍ਰਿੜ ਹੋਵੇਗੀ ਜੀ। ਹਾਂਜੀ, ਗੁਰਮਤ ਕੋ ਕੀਜਹਿ ਵਿਸਤਾਰ। ਸਿਮਰਹਿ ਸਤ ਨਾਮ ਸੁਖ ਸਾਰ। ਗੁਰਮਤ ਨੂੰ ਦ੍ਰਿੜ ਕਰਾਓ। ਮਹਾਰਾਜ ਕਹਿਣ ਲੱਗੇ ਕਸ਼ਮੀਰ ਦੇ ਲੋਕਾਂ ਤੇ ਨਾਮ ਦਾ ਰੰਗ ਚਾੜਦੇ ਹੋ, ਕਹਿਣ ਲੱਗੇ। ਹਾਂਜੀ, ਸੁਨ ਮਾਧੋ ਪੁਨ ਬਾਕ ਬਖਾਨੇ। ਤਹਾਂ ਭਗਤ ਕੋ ਵਿਪਰਨ ਜਾਣੇ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਤੇ ਬ੍ਰਾਹਮਣ ਰਹਿੰਦੇ ਆ। ਹਾਂਜੀ, ਕਰਮ ਕਾਂਡ ਮੈਂ ਸੋ ਲਪਟਾਏ। ਮਹਾਰਾਜ ਉਹ ਤੇ ਕਰਮ ਕਾਂਡ 'ਚ ਲਪਟਾਏ ਹੋਏ ਆ, ਦੂਜਿਆਂ ਨੂੰ ਵੀ ਕਰਮ ਕਾਂਡ ਕਰਨ ਨੂੰ ਕਹਿੰਦੇ ਆ। ਹਾਂਜੀ, ਨਹਿ ਉਪਾਸਨਾ ਮਨ ਮਹਿ ਲਿਆਏ। ਉਹ ਨਹੀਂ ਨਾਮ ਜਪਦੇ ਮਹਾਰਾਜ। ਉਹ ਤਾਂ ਕਹਿੰਦੇ ਇੱਥੇ ਇੰਜ ਕਰ ਲਓ, ਇੱਥੇ ਇੰਜ ਕਰ ਲਓ, ਇੱਥੇ ਇੰਜ ਕਰ ਲਓ। ਹਾਂਜੀ, ਕਹਿਓ ਗੁਰੂ
ਸੋ ਭਗਤੀ ਜਾਣੈ। ਹੋਰ ਕਿਉਂ ਉੱਚਾ ਰੱਖਿਆ? ਹੇਠਾਂ ਤੋਂ ਰੱਖੋ, ਫਿਰ ਪੜੋ। ਕਹਿਓ ਗੁਰੂ ਸੋ ਭਗਤੀ ਜਾਣੈ। ਗੱਜ ਕੇ ਆਖੋ ਵਾਹਿਗੁਰੂ। ਕਹਿਓ ਗੁਰੂ ਸੋ ਭਗਤੀ ਜਾਣੈ। ਅੱਗੇ ਪੜੋ। ਨਹੀਂ ਕਮਾਵਤ ਜਿਮ ਅਨਜਾਨੈ। ਮਹਾਰਾਜ ਕਹਿਣ ਲੱਗੇ ਅਣਜਾਣ ਬੰਦੇ ਹੈਗੇ ਹੈ, ਕੋਈ ਨਹੀਂ ਤੁਸੀਂ ਜਾਓ। ਮਹਾਰਾਜ ਕਹਿਣ ਲੱਗੇ ਹਾਂਜੀ। ਪਹੁੰਚਹਿ ਜਬ ਤੁਵ ਦਰਸ਼ਨ ਪੈ ਹੈ। ਮਹਾਰਾਜ ਕਹਿਣ ਲੱਗੇ ਅਸੀਂ ਬਖਸ਼ਿਸ਼ਾਂ ਦੇ ਕੇ ਤੁਹਾਨੂੰ ਭੇਜ ਰਹੇ ਹਾਂ, ਜਦੋਂ ਤੁਸੀਂ ਜਾਓਗੇ ਉਹ ਤੁਹਾਡੇ ਦਰਸ਼ਨ ਕਰਨਗੇ। ਹਾਂਜੀ। ਹਿਰਦੈ ਉਪਾਸਨ ਕੋ ਉਪਜੈ ਹੈ। ਕੋਈ ਨਹੀਂ, ਉਹ ਵੀ ਨਾਮ ਜਪਣ ਲੱਗ ਪੈਣਗੇ। ਗੱਜ ਕੇ ਆਖੋ ਵਾਹਿਗੁਰੂ। ਗੱਲ ਤੇ ਮਿਹਰ ਦੀ ਹੈ ਨਾ। ਗੁਰੂ ਅਰਜਨ ਦੇਵ ਜੀ ਨੇ ਮਿਹਰ ਕਰਕੇ ਭੇਜਿਆ ਜੀ ਉਹਨਾਂ ਨੂੰ। ਮਹਾਰਾਜ ਕਹਿੰਦੇ ਜਦੋਂ ਤੁਹਾਡੇ ਦਰਸ਼ਨ ਕਰਨਗੇ ਉਹ ਵੀ ਨਾਮ ਜਪਣ ਲੱਗ ਪੈਣਗੇ। ਹਾਂਜੀ। ਸੰਸਕ੍ਰਿਤ ਜਿਮ ਵਿਪਰਨ ਪਿਆਰੀ। ਪਠੈ ਸੁਨੈ ਮਨ ਹੈ ਔਰ ਧਾਰੀ। ਮਹਾਰਾਜ ਕਹਿੰਦੇ ਜਿਵੇਂ ਸੰਸਕ੍ਰਿਤ ਬ੍ਰਾਹਮਣਾਂ ਨੂੰ ਚੰਗੀ ਲੱਗਦੀ ਹੈ, ਉਹ ਪੜ੍ਹਦੇ ਹੈ, ਸੁਣਦੇ ਹੈ, ਮੰਨਦੇ ਹੈ। ਹਾਂਜੀ। ਤਿਮ ਸਿੱਖਨ ਕੋ ਸਤਿਗੁਰ ਬਾਣੀ। ਤਿਮ ਸਿੱਖਨ ਕੋ ਸਤਿਗੁਰ ਬਾਣੀ। ਤਿਮ ਸਿੱਖਨ ਕੋ, ਤਿਮ ਸਿੱਖਨ ਕੋ। ਮਹਾਰਾਜ ਕਹਿੰਦੇ ਐਂਦੀ ਫਿਰ ਸਿੱਖਾਂ ਨੂੰ ਗੁਰੂ ਦੀ ਬਾਣੀ ਚੰਗੀ ਲੱਗਦੀ ਹੈ। ਹਾਂਜੀ। ਸੁਨਤ ਸ਼ਰੋਨ ਜਿਨ ਮਤ ਹਰ ਖਾਨੀ। ਮਹਾਰਾਜ ਕਹਿੰਦੇ ਉਹ ਸੁਣਦੇ ਆ ਫਿਰ ਖੁਸ਼ ਹੁੰਦੇ ਆ। ਬਾਣੀ ਕੋਈ ਪ੍ਰੇਮ ਨਾਲ ਪੜ੍ਹੇ ਜੀ, ਸੂਝ ਬੂਝ ਨਾਲ ਪੜ੍ਹੇ, ਸੰਥਿਆ ਕੀਤੀ ਹੋਵੇ, ਸ਼ੁੱਧ ਤੇ ਪ੍ਰੇਮ ਨਾਲ ਬਾਣੀ ਪੜ੍ਹੇ, ਕਿਉਂ ਨਹੀਂ ਸੁਣਨ ਵਾਲਿਆਂ ਤੇ ਅਸਰ ਹੁੰਦਾ ਸੰਗਤ ਜੀ। ਹਾਂਜੀ। ਲੈ ਗੁਰ ਆਇਸ ਹਵੈ ਕਰ ਤਿਆਰੀ। ਭਾਈ ਮਾਧੋ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ। ਭਾਈ ਮਾਧੋ ਜੀ ਹੁਕਮ ਮੰਨ ਕੇ ਕਸ਼ਮੀਰ ਦੀ ਤਿਆਰੀ ਕੀਤੀ। ਹਾਂਜੀ। ਗਮਨਿਓ ਗੁਰਮਤ ਦੇਨ ਪਹਾਰੀ। ਤੇ ਪਹਾੜੀਆਂ ਨੂੰ ਗੁਰੂ ਦੀ ਮੱਤ ਦੇਣ ਵਾਸਤੇ ਤੁਰ ਪਏ ਜੀ। ਹਾਂਜੀ। ਗੁਰ ਸ਼ਬਦਨ ਕੀ ਪੋਥੀ ਲੀਨ। ਤੇ ਨਾਲ ਕੀ ਲਿਆ ਜੀ? ਸਤਿਗੁਰੂ ਜੀ ਦੀ ਬਾਣੀ ਦੀ ਪੋਥੀ ਸਾਹਿਬ ਲੈ ਲਈ ਜੀ। ਅੱਜ ਗੁਟਕਾ ਸਾਹਿਬਾਨ ਦੀ ਭਰਮਾਰ ਹੈ, ਬੜੇ ਗੁਟਕਾ ਸਾਹਿਬ ਨੇ ਸੰਗਤ ਜੀ। ਉਦੋਂ ਗੁਟਕਾ ਸਾਹਿਬ ਇੰਨੇ ਨਹੀਂ ਸੀ ਹੁੰਦੇ ਜੀ। ਹਾਂਜੀ। ਅਰਥ ਕਰਨ ਮਹਿ ਸੁਮਤ ਪ੍ਰਬੀਨ। ਅਰਥ ਬੜੇ ਸੋਹਣੇ ਕਰਦੇ ਸਨ ਜੀ ਭਾਈ ਮਾਧੋ ਜੀ। ਹਾਂਜੀ। ਪੁਰ ਮਹਿ ਕਹਿਓ ਜਾਏ ਕਿਤ ਡੇਰਾ। ਤੇ ਕਸ਼ਮੀਰ ਦੇ ਵਿੱਚ ਚਲੇ ਗਏ ਤੇ ਪੁਰ ਮਹਿ ਕਰਿਓ ਜਾਏ ਕਿਤ ਡੇਰਾ। ਉੱਥੇ ਜਾ ਕੇ ਡੇਰਾ ਕੀਤਾ, ਆਸਣ ਲਾਇਆ ਉਪਦੇਸ਼ਨ ਲਾਗਿਓ ਜਿਸ ਬੇਰਾ। ਤੇ ਉਪਦੇਸ਼ ਕਰਨ ਲੱਗ ਪਏ ਜੀ। ਹਾਂਜੀ। ਮਿਲ ਪੰਡਤ ਮਾਧੋ ਢਿਗ ਆਏ। ਹਾਂਜੀ। ਭਾਖਾ ਕੀ ਨਾ ਕਥਾ ਹਮ ਭਾਏ। ਗੱਜ ਕੇ ਆਖੋ ਵਾਹਿਗੁਰੂ। ਉਹ ਪਤਾ ਕੀ ਕਹਿਣ ਲੱਗੇ? ਕਹਿੰਦੇ ਭਾਈ ਮਾਧੋ ਆ ਕਥਾ ਨਹੀਂ ਸਾਨੂੰ ਚੰਗੀ ਲੱਗਦੀ, ਕਹਿੰਦੇ ਜਿਹੜੀ ਤੂੰ ਕਰਦਾ ਹੈ। ਹਾਂਜੀ। ਸੁਰਬਾਨੀ ਤਜ ਕਿਮ ਇਹ ਧਾਰੈ। ਗੁਰੂ ਕਹਿਣ ਲੱਗੇ ਸੰਸਕ੍ਰਿਤ ਛੱਡ ਕੇ, ਵੇਦਾਂ ਦੀ ਕਥਾ ਛੱਡ ਕੇ ਤੂੰ ਗੁਰੂ ਦੀ ਬਾਣੀ ਦੀ ਕਥਾ ਕਰਨੇ ਆ। ਹਾਂਜੀ। ਨਹ ਆਵਤ ਇਮ ਹਿਰਦੈ ਹਮਾਰਾ। ਸਾਨੂੰ ਨਹੀਂ ਇਹ ਚੰਗੀ ਲੱਗਦੀ। ਹਾਂਜੀ। ਸੁਨ ਮਾਧੋ ਤਬ ਜੁਗਤ ਬਖਾਨੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਮਾਧੋ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣਾ ਰੂਪ ਬਣਾ ਕੇ ਭੇਜਿਆ ਜੀ। ਭਾਈ ਮਾਧੋ ਜੀ ਕਹਿਣ ਲੱਗੇ ਜਿਸ ਨਰ ਲਾਗੀ ਖੁਦਾ ਮਹਾਨੀ। ਕਹਿੰਦੇ ਭਾਈ ਜਿਹਨੂੰ ਭੁੱਖ ਲੱਗੀ ਹੋਵੇ, ਕਹਿਣ ਲੱਗੇ ਹਾਂਜੀ, ਸੋ ਜੇ ਪ੍ਰਤੀਕ ਹੈ ਕੰਚਨ ਬਾਸਨ। ਹਾਂਜੀ। ਕਰਹਿ ਜਤਨ ਤੇ ਪੂਜਹਿ ਆਸਨ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਿਆ ਜੇ ਕਿਸੇ ਨੂੰ ਭੁੱਖ ਲੱਗੀ ਹੈ ਤੇ ਉਹ ਉਡੀਕੇ ਵੀ ਸੋਨੇ ਦੇ ਭਾਂਡਿਆਂ 'ਚ ਛਕਣਾ, ਤੇ ਇਹ ਤੇ ਆਸ ਨਹੀਂ ਉਹਦੀ ਪੂਰੀ ਹੋਣੀ। ਹਾਂਜੀ। ਪ੍ਰਾਨ ਹਾਨ ਤਬ ਲਓ ਹੋਏ ਜਾਤ। ਸੋਨੇ ਦੇ ਭਾਂਡਿਆਂ ਨੂੰ ਉਡੀਕਣ ਵਾਲਾ ਬੰਦਾ ਭੁੱਖਾ ਹੀ ਮਰ ਜਾਏਗਾ। ਕੌਣ ਸੋਨੇ ਦੇ ਭਾਂਡੇ ਲੈ ਕੇ ਆਏਗਾ? ਹਾਂਜੀ। ਬਿਨ ਤਿਸ ਮਿਲੇ ਨਾ ਭੋਜਨ ਖਾਤ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਉਹ ਭਾਈ ਮਾਧੋ ਜੀ ਕਹਿੰਦੇ ਉਹ ਤੇ ਮਰ ਜਾਏਗਾ ਰੋਟੀ ਤੋਂ ਬਗੈਰ। ਹਾਂਜੀ। ਦੂਸਰ ਸ਼ੁੱਧਿਤ ਆਹਾਰ ਨਿਹਾਰਾ। ਮਹਾਰਾਜ ਕਹਿੰਦੇ ਦੂਸਰੇ ਨੇ ਭੁੱਖਾ, ਇੱਕ ਦੂਜਾ ਬੰਦਾ ਭੁੱਖਾ, ਉਹਨੇ ਪ੍ਰਸ਼ਾਦਾ ਹੀ ਵੇਖਿਆ, ਭਾਂਡਾ ਨਹੀਂ ਵੇਖਿਆ ਜੀ। ਹਾਂਜੀ। ਜਿਸ ਕਿਸ ਬਾਸਨ ਸੋਚ ਮਹਿ ਧਾਰਾ। ਜਿਹੜਾ ਵੀ ਭਾਂਡਾ ਸੀ ਉਹਨੇ ਧੋ ਕੇ
ਸਾਫ਼ ਕਰਕੇ ਅਚਹਿ ਆਨੰਦ ਹੋਏ ਕਰ ਜੀਵਤ। ਉਹ ਛਕ ਲੈਂਦਾ ਤੇ ਜਿਉਂਦਾ ਰਹਿੰਦਾ ਜੀ। ਤੇ ਜਿਹੜਾ ਸੋਨੇ ਦੇ ਭਾਂਡੇ ਢੀਕਦਾ ਉਹ ਨਹੀਂ ਪਚਦਾ। ਹਾਂਜੀ। ਸਰਬ ਭਾਂਤ ਕੋ ਸਮਰਥ ਥੀਵਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵਾਹਿਗੁਰੂ ਭਾਈ ਮਾਧੋ ਜੀ ਕਹਿਣ ਲੱਗੇ, ਸੋਨੇ ਦੇ ਭਾਂਡੇ ਨੂੰ ਉਡੀਕਣ ਵਾਲਾ ਭੁੱਖਾ ਹੀ ਮਰ ਜਾਂਦਾ ਹੈ। ਜਿਹਨੂੰ ਜਿਸ ਤਰ੍ਹਾਂ ਦਾ ਭਾਂਡਾ ਮਿਲਿਆ ਉਹਨੇ ਵਰਤ ਲਿਆ ਧੋ ਕੇ, ਉਹ ਬਚ ਜਾਂਦਾ। ਮਹਾਰਾਜ ਕਹਿਣ ਲੱਗੇ। ਹਾਂਜੀ। ਮਹਾ ਜਤਨ ਤੇ ਲਹਿਕ ਸੁਰਬਾਨੀ। ਹਾਂਜੀ। ਪੁੰਨ ਹੰਕਾਰ ਹੋਤ ਉਰ ਆਨੀ। ਹੁਣ ਕਹਿਣ ਲੱਗੇ ਬੜੇ ਯਤਨਾਂ ਨਾਲ ਦੇਵਤਿਆਂ ਦੀ ਬਾਣੀ ਆਈ ਧਰਤੀ ਤੇ ਪੜਨ ਵਾਲੇ ਹੰਕਾਰੀ ਹੋ ਗਏ ਜੀ। ਹਾਂਜੀ। ਸੋਈ ਭਗਤ ਗਿਆਨ ਵਿੱਚ ਭਾਖਾ। ਹਾਂਜੀ। ਜਿਸ ਕੋ ਮੁਕਤ ਹੋਣ ਅਬਿਲਾਖਾ। ਹੁਣ ਭਗਤੀ ਦਾ ਗਿਆਨ ਸੀ ਉਹਦੇ ਵਿੱਚ, ਪਰ ਮਹਾਰਾਜ ਕਹਿੰਦੇ ਉਹ ਤੇ ਅਭਿਮਾਨੀ ਸਨ। ਵਾਹਿਗੁਰੂ ਭਾਈ ਮਾਧੋ ਜੀ ਕਹਿੰਦੇ ਉਹਨਾਂ ਉਹ ਗਿਆਨ ਨਹੀਂ ਲਿਆ, ਉਹ ਜਾਤ ਦੇ ਮਾਣ 'ਚ ਹੀ ਰਹਿ ਗਏ। ਅੱਗੋਂ ਸਾਰੀ ਗੱਲ ਜਿਹੜੀ ਹੁਣ ਅੱਜ ਸਮਾਂ ਹੋ ਗਿਆ, ਸਾਰੀ ਗੱਲ ਆਪਾਂ ਕੱਲ੍ਹ ਨੂੰ ਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੇਗਾ। ਕਿਵੇਂ ਫਿਰ ਭਾਈ ਮਾਧੋ ਜੀ ਉਹਨਾਂ ਬ੍ਰਾਹਮਣਾਂ ਨੂੰ ਸ਼ਾਂਤ ਕਰਦੇ ਹੈ। ਪ੍ਰਮਾਣ ਚੇਤਾ ਰੱਖ ਲਿਓ, ਸੋਨੇ ਦੇ ਭਾਂਡੇ ਦਾ ਪ੍ਰਮਾਣ ਦਿੱਤਾ ਉਹਨਾਂ ਨੇ। ਅੱਗੋਂ ਆਪਾਂ ਕੱਲ੍ਹ ਨੂੰ ਕਥਾ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਾਰੀ ਸੰਗਤ ਕਹੋ ਜੀ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਉਹ ਜਿਹੜੀ ਤੁਸੀਂ ਕਥਾ ਸੁਣੀ ਨਾ, ਗੁਰਮੁਖ ਅੰਦਰ ਨਾਮ ਜਪ ਕੇ ਚਾਨਣ ਆ ਜਾਂਦਾ ਜੀ, ਉਹਦਾ ਦੂਜਿਆਂ ਤੇ ਅਸਰ ਪੈਂਦਾ, ਦੂਜੇ ਦਾ ਨਹੀਂ ਪੈਂਦਾ ਜੀ। ਆਓ ਜਪੀਏ ਨਾਮ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਨਾਮ ਜਪ ਕੇ ਚਾਨਣ ਆਉਂਦਾ ਹੈ ਅੰਦਰ ਗੁਰਮੁਖਤਾਈ ਦਾ, ਗਿਆਨ ਦਾ। ਮਹਾਰਾਜ ਕਹਿੰਦੇ ਫਿਰ ਉਹ ਹੀਰੇ ਵਰਗਾ ਹੋ ਜਾਂਦਾ ਜੀ, ਫਿਰ ਉਹਦੇ ਵਿੱਚੋਂ ਚਾਨਣ ਨਿਕਲਦਾ।
ਉਹ ਚੰਦਨ ਵਰਗਾ ਹੋ ਜਾਂਦਾ ਹੈ, ਠੰਡ ਵਰਤਾਉਂਦਾ ਹੈ। ਸੋ ਇਹਦੇ ਤੋਂ ਅੱਗੇ ਕਥਾ ਭਾਈ ਮਾਧੋ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣਾ ਰੂਪ ਬਣਾ ਕੇ ਭੇਜਿਆ, ਕਿਵੇਂ ਕਸ਼ਮੀਰ ਦੇ ਵਿੱਚ ਜਾ ਕੇ ਉਹ ਸਿੱਖੀ ਦਾ ਫੈਲਾਅ ਕਰਦੇ ਆ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ